प्यारी साध संगत जीओ, आओ मन बिरतियां एकाग्र करिए। गुरु चरणा च लवाइए हाजरियां, हाजरियां लवाउंदे मन बिरतियां एकाग्र करदे गज के बोलना जी। वाहिगुरु जी का खालसा, वाहिगुरु जी की फतेह। गुरु प्यारी साध संगत, विचार करना कि धन धन साहिब श्री गुरु नानक पातशाह पहली पातशाही संसार ਨੂੰ उपदेश ਦਿੰਦੇ ਆ ਤੇ ਸਮਝਾਉਣਾ ਕਰਦੇ ਆ ਕਿ ਇਹ ਪੁਰਾਣੀ ਜਿਹੜਾ ਗੁਰ ਮੰਤਰ ਹੈ ਇਹਦੀ ਮਹਾਨਤਾ ਕਿੰਨੀ। ਦੇਖੋ ਅਸੀਂ ਰੋਜ਼ ਗੁਰਬਾਣੀ ਪੜ੍ਹਦੇ ਆ, ਗੁਰ ਮੰਤਰ ਦੀ ਮਹਿਮਾ ਸੁਣਦੇ ਆ, ਪਰ ਵਿਚਾਰ ਕਰਨਾ ਸਾਡੇ ਮਨ ਵਿੱਚ ਫਿਰ ਵੀ ਆ ਜਾਂਦਾ ਕਿ ਗੁਰੂ ਘਰ ਗਏ ਆ, ਸੇਵਾ ਕੀਤੀ ਆ, ਪਾਠ ਕੀਤਾ ਆ, ਹੋਰ ਪਿੱਛੇ ਕੀ ਰਹਿ ਗਿਆ? ਇੰਨਾ ਕੁਝ ਅਸੀਂ ਕਰ ਲਿਆ। ਪਰ ਵਿਚਾਰ ਕਰਕੇ ਦੇਖਣਾ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿੰਨਾ ਜ਼ੋਰ ਦਿੱਤਾ ਗੁਰ ਮੰਤਰ ਤੇ, ਔਰ ਕੀ ਵਡਿਆਈ ਕੀਤੀ ਉਹਨਾਂ ਨੇ। ਪਾਤਸ਼ਾਹ ਕਹਿਣ ਲੱਗੇ ਔਖਦ ਮੰਤਰ ਮੂਲ ਮਨ ਏਕੇ। ਧਿਆਨ ਦੇਣਾ, ਔਖਦ ਮੰਤਰ ਮੂਲ ਮਨ ਏਕੇ, ਜੇਕਰ ਦ੍ਰਿੜ ਚਿੱਤ ਕੀਜੇ ਰਿਹਾ। ਕਹਿੰਦੇ ਮਨਾ ਇੱਕ ਵਿਚਾਰ ਕਰ। ਕਹਿੰਦਾ ਜੀ ਕੈਸੀ ਵਿਚਾਰ? ਕਹਿੰਦੇ ਮੂਲ ਮੰਤਰ ਦੀ ਮਾਨਤਾ ਕੀ ਹੈ? ਜਿਹੜਾ ਮੰਤਰ ਆ ਇਹ ਮੂਲ ਹੈ। ਮੂਲ ਦਾ ਭਾਵ ਹੁੰਦਾ ਮੁੱਢ, ਤੇ ਗੁਰੂ ਸਾਹਿਬਾਨ ਨੇ ਮੂਲ ਅੱਖਰ ਕਿਉਂ ਵਰਤਿਆ? ਕਹਿੰਦੇ ਔਖਦ ਮੰਤਰ ਮੂਲ ਮਨ ਏਕੇ। ਉਹਨਾਂ ਤਾਂ ਮੂਲ ਅੱਖਰ ਵਰਤਿਆ ਵੀ ਜਿਹੜਾ ਗੁਰ ਮੰਤਰ ਹੈ ਨਾ, ਇਹ ਸਾਰੀਆਂ ਦਵਾਈਆਂ ਔਸ਼ਧੀਆਂ ਦਾ ਮੁੱਢ ਆ। ਔਖਦ ਕਹਿੰਦੇ ਦਵਾਈ ਨੂੰ, ਔਸ਼ਧੀ ਨੂੰ। ਕਹਿੰਦੇ ਵੀ ਦੇਖ ਸੰਸਾਰ ਤੇ ਦਵਾਈਆਂ ਬੜੀਆਂ, ਮੰਤਰ ਬੜੇ ਨੇ, ਪਰ ਗੁਰ ਮੰਤਰ ਹੈ ਨਾ, ਇਹ ਸਭ ਤੋਂ ਉੱਤਮ ਤੇ ਸਭ ਤੋਂ ਵਧੀਆ ਦਵਾਈ ਜਿਹੜੀ ਹੈ ਉਹ ਗੁਰ ਮੰਤਰ ਹੈ। ਹੁਣ ਵਿਚਾਰ ਕਰਨਾ, ਗੁਰੂ ਸਾਹਿਬਾਨ ਕਹਿਣ ਲੱਗੇ ਵੀ ਕਿਉਂ ਇਹਦੀ ਮਾਨਤਾ ਇੰਨੀ ਹੈ? ਤਾਂ ਦੱਸਣ ਲੱਗੇ, ਕਹਿੰਦੇ ਜਨਮ ਜਨਮ ਕੇ ਪਾਪ ਕਰਮ ਕਹਿ। ਜਨਮ ਜਨਮ ਕੇ ਪਾਪ ਕਰਮ ਕਹਿ ਕਾਟਨ ਹਾਰਾ ਲੀਜੇ ਜੀ। ਹੁਣ ਵਿਚਾਰ ਕਰਿਓ, ਕਹਿੰਦੇ ਜਨਮ ਜਨਮ ਕੇ ਪਾਪ, ਫਿਰ ਲਿਖਿਆ ਕਰਮ ਕਹਿ। ਕਹਿੰਦੇ ਜਿਹੜੇ ਜਨਮਾਂ ਜਨਮਾਂ ਦੇ ਤੇਰੇ ਪਾਪ ਹੈ ਨਾ, ਉਹ ਪੈਦਾ ਕਿੱਥੋਂ ਹੋਏ? ਤੇਰੇ ਕਰਮਾਂ ਤੋਂ, ਤੇਰੀ ਕਰਨੀ ਤੋਂ। ਹਰ ਅੱਖਰ ਨੂੰ ਫੜਨਾ ਧਿਆਨ ਨਾਲ। ਪਹਿਲਾਂ ਲਿਖਿਆ ਜਨਮ ਜਨਮ ਕੇ ਪਾਪ, ਜਨਮਾਂ ਜਨਮਾਂ ਦੇ ਪਾਪ, ਤੇ ਮਨ ਵਿੱਚ ਨਾ ਵਿਚਾਰ ਜੀ ਆ ਜਾਂਦੀ ਹੈ, ਅਸੀਂ ਕਿਹੜੇ ਪਾਪ ਕੀਤੇ? ਪਤਾ ਨਹੀਂ ਕਿਉਂ ਇਹਨੇ ਦੁਖੀ ਰਹੀਦਾ, ਪਤਾ ਨਹੀਂ ਕਿਉਂ ਦੁੱਖ ਮਿਲਦੇ, ਅਸੀਂ ਕਿਹੜੇ ਪਾਪ ਕੀਤੇ? ਤੇ ਗੁਰੂ ਸਾਹਿਬ ਦੇ ਕਰਮ ਕਹਿ। ਕਿਸੇ ਨੂੰ ਕਹਿ ਤੂੰ ਕਰਮ ਤੇ ਕੀਤੇ ਹਨ, ਮੰਨ ਗਿਆ ਕਰਮ ਤਾਂ ਮੈਂ ਕੀਤੇ ਹੋਣਗੇ, ਤੇ ਗੁਰੂ ਜੀ ਕਹਿੰਦੇ ਉਹਨਾਂ ਕਰਮਾਂ ਤੋਂ ਹੀ ਪਾਪ ਪੈਦਾ ਹੋਏ। ਵਿਚਾਰ ਕਰਨਾ, ਇੱਕ ਬਿਮਾਰੀ ਹੈ, ਜਿਵੇਂ ਅੱਜ ਕੱਲ੍ਹ ਕਰੋਨਾ ਚੱਲ ਪਿਆ, ਹਰ ਕਿਸੇ को ਸੁਣਨ ਨੂੰ ਮਿਲਦਾ ਛੂਤ ਦੀ ਬਿਮਾਰੀ ਹੈ। ਕਿਸੇ ਨੂੰ ਟੱਚ ਕਰੀਏ ਤੇ ਬਿਮਾਰੀ ਆ ਜਾਂਦੀ ਹੈ। ਬਈ ਵਾਹ ਕਮਾਲ ਹੈ, ਟੱਚ ਕਰਨਾ ਆ ਜਾਂਦੀ। ਕਹਿੰਦਾ ਹਾਂ, ਕਿਸੇ ਨੂੰ ਟੱਚ ਕਰੀਏ ਤਾਂ ਇਹ ਤਾਂ ਰੋਜ਼ ਕਹਿੰਦੇ ਡਿਸਟੈਂਸ ਮੇਨਟੇਨ ਕਰਕੇ ਰੱਖੋ, ਜ਼ਿਆਦਾ ਕਿਸੇ ਦੇ ਨਜ਼ਦੀਕ ਨਾ ਹੋਵੋ। ਟੱਚ ਕਰਨਾ ਬਿਮਾਰੀ ਆ ਜਾਂਦੀ। ਹੁਣ ਧਿਆਨ ਦੇਣਾ, ਇਹ ਸਰੀਰ ਦੀ ਹੈ। ਗੁਰੂ ਜੀ ਕਹਿੰਦੇ ਇੱਕ ਬਿਮਾਰੀ ਮਨ ਨੂੰ ਲੱਗਦੀ ਹੈ, ਉਹ ਵੀ ਛੂਤ ਦੀ ਹੈ। ਕਹਿੰਦਾ ਉਹ ਕਿੱਦਾਂ? ਕਹਿੰਦਾ ਤੇਰੀ ਸੋਚ ਕਿਸੇ ਮਾੜੇ ਕਰਮ ਨਾਲ ਟੱਚ ਕਰਦੀ, ਤੈਨੂੰ ਬਿਮਾਰੀ ਲੱਗ ਜਾਂਦੀ ਹੈ। ਤੇਰੀ ਸੋਚ, ਤੇਰੀ ਮਨ ਬਿਰਤੀ ਕਿਸੇ ਮਾੜੇ ਕਰਮ ਦੇ ਨਾਲ ਟੱਚ ਕਰਦੀ ਹੈ ਤੇ ਤੈਨੂੰ ਬਿਮਾਰੀ ਲੱਗਦੀ। ਉਸ ਬਿਮਾਰੀ ਦਾ ਨਾਮ ਪਾਪ ਹੈ, ਤੈਨੂੰ ਬਿਮਾਰੀ ਲੱਗ ਜਾਂਦੀ ਹੈ। ਤੇ ਕੀ ਕਹਿਣ ਲੱਗੇ? ਕਹਿੰਦੇ ਜਨਮ ਜਨਮ ਕੇ ਪਾਪ ਕਰਮ ਕਹਿ। ਹੁਣ ਦੇਖੋ ਕਲੀਅਰ ਹੋ ਗਿਆ ਵੀ ਬਿਮਾਰੀ ਪੈਦਾ ਕਿੱਥੋਂ ਹੋਈ? ਕਰਮਾਂ ਤੋਂ। ਉਹ ਕਰਮਾਂ ਤੋਂ ਪੈਦਾ ਕਿੱਦਾਂ ਹੋਈ? ਕਿ ਮੇਰੀ ਜਿਹੜੀ ਸੋਚ ਸੀ, ਮੇਰੀ ਜਿਹੜੀ ਮਨ ਬਿਰਤੀ ਸੀ, ਉਹਨਾਂ ਮੈਂ ਕਰਮ ਕੀਤਾ, ਉਹਦੇ ਨਾਲ ਟੱਚ ਕਰਕੇ ਜਾ ਗਿਆ। ਕਈ ਵਾਰੀ ਤੁਸੀਂ ਕੋਈ ਕਰਮ ਕਰਦੇ ਹੋ, ਸਰੀਰ ਕਰਮ ਕਰਦਾ, ਮਨ ਸ਼ਾਮਲ ਨਹੀਂ ਹੁੰਦਾ।
ਜਿੰਨਾ ਚਿਰ ਮਨ ਸ਼ਾਮਲ ਨਹੀਂ ਹੈ ਉਹਨਾਂ ਚ ਲਿਖਤੀ ਚ ਨਹੀਂ ਆਉਂਦਾ। ਤੁਸੀਂ ਪਾਠ ਕਰਦੇ ਹੋ, ਸਿਮਰਨ ਕਰਦੇ ਹੋ, ਮਨ ਸ਼ਾਮਲ ਨਹੀਂ ਹੈ। ਮਨ ਸ਼ਾਮਲ ਨਾ ਹੋਣ ਕਰਕੇ ਤੁਹਾਡੇ ਪਾਪ ਨਹੀਂ ਤੁਪਣ ਰਹੇ। ਤੁਸੀਂ ਕਹਿੰਦੇ ਮੈਂ ਪਾਠ ਬੜੇ ਕੀਤੇ, ਮੈਂ ਬੜਾ ਸਿਮਰਨ ਕੀਤਾ, ਕੋਈ ਫਰਕ ਨਹੀਂ ਪੈਣ ਡਿਆ, ਕਿਉਂਕਿ ਮਨ ਸ਼ਾਮਲ ਨਹੀਂ ਹੈ। ਸਰੀਰ ਜ਼ੋਰ ਲਾਈ ਜਾਣ ਡਿਆ, ਮਨ ਸ਼ਾਮਲ ਨਹੀਂ ਹੈ। ਮਨ ਸ਼ਾਮਲ ਨਾ ਹੋਣ ਕਰਕੇ ਉਹਦੇ ਪਾਪ ਹੈ, ਉਹਦੀ ਬਿਮਾਰੀ ਹੈ, ਖਤਮ ਨਹੀਂ ਹੁੰਦੀ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਕਾਟਲ ਹਾਰਾ ਲੀਜੇ ਰੇ, ਕਹਿੰਦੇ ਮਨਾ ਉਹਨਾਂ ਪਾਪਾਂ ਨੂੰ, ਉਸ ਬਿਮਾਰੀ ਨੂੰ ਖਤਮ ਕਰਨ ਦੀ ਤਾਕਤ ਕਿਤੇ ਕੋਲ ਆ? ਕਹਿੰਦਾ ਪਤਾ ਨਹੀਂ। ਕਹਿੰਦੇ ਸ਼ਬਦ ਕੋਲ, ਨਾਮ ਕੋਲ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਔਖਦ ਮੰਤਰ ਮੂਲ ਮਨ ਇੱਕ। ਧਿਆਨ ਨਾਲ ਪੜ੍ਹਨਾ। ਆਮ ਲੋਕ ਇਹਨੂੰ ਖੁੱਲ੍ਹਣ ਲੱਗਿਆ ਕੀ ਕਰਦੇ ਆ, ਕਿਹੜਾ ਮੂਲ ਮੰਤਰ ਹੈ ਨਾ ਉਹ ਔਖਦ ਹੈ। ਪਰ ਇੱਥੇ ਲਿਖਿਆ ਔਖਦ ਮੰਤਰ, ਮੰਤਰ ਅੱਖਰ ਪਹਿਲਾਂ ਆਇਆ, ਮੂਲ ਮਨ ਇੱਕ। ਕਹਿੰਦੇ ਨਹੀਂ, ਜਿਹੜਾ ਗੁਰੂ ਦੇ ਦਰ ਤੋਂ ਸਾਨੂੰ ਮੰਤਰ ਮਿਲਦਾ, ਗੁਰ ਮੰਤਰ ਮਿਲਦਾ, ਨਾਮ ਮਿਲਦਾ, ਸ਼ਬਦ ਮਿਲਦਾ ਹੈ, ਕਹਿੰਦੇ ਸਾਰੀਆਂ ਦਵਾਈਆਂ ਦਾ ਮੂਲ ਹੈ ਮੋਢਿਆ। ਵਧੀਆ ਦਵਾਈ ਹੈ, ਇਸ ਤੋਂ ਵਧੀਆ ਦਵਾਈ ਹੋਰ ਕੋਈ ਨਹੀਂ ਹੈਗੀ। ਇਹ ਧਿਆਨ ਨਾਲ ਪੜ੍ਹਨ ਵਾਲੀ ਚੀਜ਼ ਹੈ। ਹੁਣ ਵਿਚਾਰ ਕਰਨਾ, ਬੰਦਾ ਬਿਮਾਰ ਹੋ ਗਿਆ, ਬੰਦਾ ਬਿਮਾਰ ਹੋ ਗਿਆ, ਪਹਿਲਾਂ ਤੰਦਰੁਸਤ ਸੀ, ਹੁਣ ਬਿਮਾਰ ਹੋ ਗਿਆ। ਕੀ ਬਿਮਾਰ ਹੋਇਆ? ਬਿਮਾਰੀ ਲੱਗ ਗਈ, ਉੱਠਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ, ਖਾਧਾ ਨਹੀਂ ਜਾਂਦਾ, ਸਰੀਰ ਕਮਜ਼ੋਰ ਹੋਈ ਜਾਣ। ਹੁਣ ਕੀ ਹੋਇਆ? ਦਵਾਈ ਖਾਧੀ। ਦਵਾਈ ਖਾ ਕੇ ਕੀ ਮਿਲਿਆ? ਤੰਦਰੁਸਤੀ ਮਿਲੀ। ਕਿਹੜੀ ਤੰਦਰੁਸਤੀ ਮਿਲੀ ਹੈ? ਕਿ ਜਿਹੜੀ ਸਰੀਰ 'ਚ ਤਾਕਤ ਪਹਿਲਾਂ ਸੀ ਉਹ ਵਾਪਸ ਆ ਗਈ ਹੈ। ਆਹ ਤੰਦਰੁਸਤੀ ਹੈ। ਜਿੱਦਣ ਉਹੀ ਤਾਕਤ, ਉਹੀ ਬੋਲ ਚਾਲ, ਉਹੀ ਢੰਗ ਨਾਲ ਕੰਮ ਕਰਨ ਲੱਗ ਪਿਆ ਤੇ ਕਿਸੇ ਨੇ ਪੁੱਛਿਆ ਕੀ ਹੈ? ਕਹਿੰਦਾ ਮੈਂ ਠੀਕ ਹੈ। ਪਰ ਧਿਆਨ ਦਿਓ, ਦਵਾਈ ਖਾਂਦਾ ਹੈ ਪਰ ਸਰੀਰ 'ਚ ਅਜੇ ਉਹ ਤਾਕਤ ਨਹੀਂ ਹੈ। ਡਾਕਟਰ ਸਾਹਿਬ ਕੋਲ ਜਾਂਦਾ, ਕਹਿੰਦਾ ਡਾਕਟਰ ਸਾਹਿਬ ਅੱਗੇ ਨਾਲੋਂ ਤੇ ਫਰਕ ਆ, ਦਵਾਈ ਤੁਹਾਡੀ ਚੰਗੀ ਹੈ ਪਰ ਮੈਂ ਪੂਰਨ ਠੀਕ ਨਹੀਂ ਹੈ ਜੀ। ਕੀ ਗੱਲ ਹੋ ਗਈ? ਅਜੇ ਸਰੀਰ ਥੱਕਿਆ ਜਾ ਰਹਿੰਦਾ। ਅੱਗੇ ਮੈਂ 8-8 ਘੰਟੇ ਕੰਮ ਕਰ ਲੈਂਦਾ ਸੀ, ਹੁਣ ਤੇ ਮੇਰੇ ਕੋਲ ਘੰਟਾ ਵੀ ਨਹੀਂ ਹੁੰਦਾ। ਅੱਗੇ ਮੈਂ ਰੋਟੀਆਂ 10 ਖਾ ਲੈਂਦਾ ਸੀ, ਹੁਣ ਤੇ ਮੇਰੇ ਕੋਲ 2 ਨਹੀਂ ਖਾਧੀ ਜਾਂਦੀਆਂ। ਅੱਗੇ ਮੈਂ ਨਾ ਭਾਰ ਚੁੱਕ ਲੈਂਦਾ ਸੀ, ਹੁਣ ਤੇ ਮੇਰੇ ਕੋਲ ਚੁੱਕਿਆ ਨਹੀਂ ਜਾਂਦਾ। ਇਹਦਾ ਮਤਲਬ ਅਜੇ ਉਸ ਸ਼ੇਪ 'ਚ ਨਹੀਂ ਆਇਆ। ਤੇ ਗੁਰੂ ਸਾਹਿਬਾਨ ਕਹਿੰਦੇ ਨਾਮ ਪਤਾ ਕੀ ਤਾਕਤ ਹੈ? ਤੇ ਕੀ ਤਾਕਤ ਹੈ? ਕਹਿੰਦੇ ਤੇਰੇ ਮਨ ਨੂੰ ਰੋਗ ਲੱਗਿਆ ਤੇ ਧਿਆਨ ਨਹੀਂ, ਇਹ ਨਾਮ ਇੱਕ ਐਸੀ ਦਵਾਈ ਹੈ, ਐਸੀ ਔਸ਼ਧੀ ਹੈ, ਜੇ ਕਿਤੇ ਸ਼ੱਕ ਲਵੇ ਨਾ, ਜਿੱਦਾਂ ਸਰੀਰ ਦੁਬਾਰਾ ਉਸ ਤਾਕਤ ਚਲਾ ਜਾਵੇ, ਕਹਿੰਦਾ ਠੀਕ ਆ, ਉਹ ਦਵਾਈ ਨੇ ਲਿਆਂਦਾ। ਕਹਿੰਦੇ ਇਹ ਔਸ਼ਧੀ ਆ, ਤੇਰੀ ਮਨ ਨੂੰ ਉਸ ਪ੍ਰਕਾਸ਼ 'ਚ ਲੈ ਜਾਊਗੀ, ਉਸ ਤਾਕਤ 'ਚ, ਉਸ ਤੰਦਰੁਸਤੀ ਦੁਬਾਰਾ ਲੈ ਜਾਊਗੀ। ਹੁਣ ਧਿਆਨ ਦੇਣਾ, ਬੰਦਾ ਬਿਮਾਰ ਹੋ ਗਿਆ, ਕਾਫੀ ਬਿਮਾਰ ਹੋ ਗਿਆ, ਮੰਜੇ ਤੇ ਪਿਆ ਰਹਿੰਦਾ, ਮਹੀਨਾ 2 ਮਹੀਨੇ 6 ਮਹੀਨੇ ਸਾਲ ਹੋ ਗਿਆ, ਮੰਜੇ ਤੋਂ ਉੱਠਦਾ ਹੀ ਨਹੀਂ। ਉੱਥੇ ਲਿਆ ਦੋ ਫੁਲਕਾ, ਮੈਨੂੰ ਆ ਲੈ ਜਾਓ ਚੁੱਕ ਕੇ ਇੱਕ ਬਣਾਇਆ। ਨਾ ਕੰਮ ਤੇ ਜਾਂਦਾ, ਨਾ ਕੋਈ ਬੋਲਦਾ ਚੱਲਦਾ, ਕਿਸੇ ਨਾਲ ਗੱਲ ਨਹੀਂ, ਬਾਤ ਨਹੀਂ, ਲੈਣਾ ਨਹੀਂ, ਦੇਣਾ ਨਹੀਂ। ਹੁਣ ਹੋਇਆ ਕੀ? ਸਾਰੇ ਕਹਿਣ ਲੱਗ ਪਏ ਬਹੁਤ ਕਮਜ਼ੋਰ ਹੋ ਗਿਆ, ਬਹੁਤ ਬੁਰਾ ਹਾਲ ਹੈ। ਤੇ ਵਿਚਾਰ ਕਰਨਾ, ਜਦੋਂ ਤੰਦਰੁਸਤ ਹੋਇਆ ਨਾ, ਜਦੋਂ ਤੰਦਰੁਸਤ ਹੋਇਆ ਨਾ, ਤੇ ਤੰਦਰੁਸਤ ਹੋਣ ਦੇ ਨਾਲ ਹੋਇਆ ਪਤਾ ਕੀ? ਸਾਰੇ ਕਹਿਣ ਲੱਗ ਪਏ ਮੇਰੇ ਵੀਰ ਦਾ ਨਵਾਂ ਜੀਵਨ ਹੈ, ਜ਼ਿੰਦਗੀ ਵਾਪਸ ਆ ਗਈ, ਜ਼ਿੰਦਗੀ ਮਿਲ ਗਈ। ਉਹ ਵੀ ਕਹਿਣ ਲੱਗਾ ਜਿਹੜਾ ਮਿਲਿਆ ਕਰੇ, ਯਾਰ ਮੇਰਾ ਤਾਂ ਨਵਾਂ ਜੀਵਨ ਹੋਇਆ, ਮੈਂ ਤਾਂ ਨਵਾਂ ਜਨਮ ਹੋਇਆ। ਕਿੱਥੋਂ ਹੋਇਆ? ਉਹ ਪੁਰਾਣੇ ਡਾਕਟਰ ਸਾਹਿਬ ਕੋਲ ਦਵਾਈ ਲਈ ਸੀ, ਮੇਰਾ ਤਾਂ ਜਨਮ ਨਵਾਂ ਹੋ ਗਿਆ। ਗੁਰੂ ਸਾਹਿਬਾਨ ਕਹਿੰਦੇ ਜੇ ਦਵਾਈ ਖਾਣ ਨਾਲ ਤੰਦਰੁਸਤੀ ਆ ਜਾਏ ਤੇ ਕਹੀਦਾ ਨਵਾਂ ਜਨਮ ਹੋਇਆ ਹੈ। ਕਹਿੰਦੇ ਹਾਂਜੀ। ਕਹਿੰਦੇ ਫਿਰ ਧਿਆਨ ਦੇਈ, ਮਨ ਜੇ ਕਿਤੇ ਨਾਮ ਦੀ ਦਵਾਈ ਖਾ ਲੇ, ਦੇ ਵਿੱਚੋਂ ਵੀ ਨਵਾਂ ਜਨਮ ਹੁੰਦਾ ਹੈ, ਨਵਾਂ ਜਨਮ ਹੁੰਦਾ। ਕਹਿੰਦੇ ਜੀ ਉਹ ਕਿਵੇਂ ਜਨਮ ਹੁੰਦਾ? ਕਹਿੰਦੇ ਭਾਈ ਜਨਮ ਹੁੰਦਾ ਹੈ, ਤੂੰ ਬਿਲਕੁਲ ਨਕਾਰਾ ਹੋ ਗਿਆ ਸੀ, ਤੈਨੂੰ ਕੋਈ ਸੋਚ ਹੀ ਨਹੀਂ ਸੀ, ਤੈਨੂੰ ਆਪਣੇ ਆਪ ਦਾ ਪਤਾ ਨਹੀਂ ਸੀ, ਹੋਸ਼ ਕੋਈ ਨਹੀਂ ਸੀ, ਤੈਨੂੰ ਇੰਨਾ ਬਿਮਾਰ ਹੋ ਗਿਆ। ਦਵਾਈ ਦੇ ਨਾਲ
तेरी आत्मिक बिरती दोबारा उसे ताकत चलेगी, नवा जन्म होया। हुण ध्यान देना, गुरु साहब कहन लगे, कहते जिहड़ा ब्राह्मण है ना, ब्राह्मण एक दा नाम ब्राह्मण है, एक दा नाम होर भी है। कदी गौर की? उन्होंने ब्राह्मण कहते, ये ब्राह्मण है। तो किसी ने हौली जी कहता ਇਹਦਾ नाम दुविज है। दुविज पूछा वो की होंदा है? कहता जी नवा जन्म होया, दूजा जन्म होया, दुविज दूजा जन्म होया। पूछा किवें? बोला जदों ये पुरानी एक नॉर्मल पंडित सी, जदों इन्हें संथ्या लई, इन्हूं ब्रह्म की विचार आ गई, ਇਹਦਾ नवा जन्म होया। पहला एक आम इंसान सी, हुण ये ब्राह्मण है, नवा जन्म होया। हुण ब्राह्मण किहनूं कहंदे? ब्राह्मण। ध्यान देना, ब्राह्मण। ब्रह्म की है? परमात्मा। कहते ਉਹਦੇ अंदर ऐसी विचार पैदा हो गई है कि ਉਹਦੀ मन वृत्ति परमात्मा वर्गी बन गई है। कहते ब्राह्मण है, नवा जन्म हो गया। पर जे वो ब्रह्म की विचार नहीं करता तो ਉਹਦਾ कोई नवा जन्म नहीं है, वो बीमार है, वो तंदुरुस्त नहीं है। गुरु नानक पातशाह जी ने खुद ही कहा, कहते सो ब्राह्मण जो ब्रह्म विचारे। 662 अंग ते पढ़ियो, सो ब्राह्मण जो ब्रह्म विचारे। कहते ब्राह्मण वो है जिहड़ा ब्रह्म की विचार करता, परमात्मा की विचार करता, वो ब्राह्मण है। तो जिहड़ा परमात्मा की विचार नहीं करता, वो ब्राह्मण नहीं है। गुरु साहब कहन लगे, भगत कबीर साहब ने एक जगह पर क्या कहते, कहो कबीर जो ब्रह्म विचारे सो ब्राह्मण कहीत है मारे। कहना साडे उन्होंने ब्राह्मण कहते जे जिहड़ा ब्रह्म की विचार करे, तो जिहड़ा ब्रह्म की विचार ना करे साडे उन्होंने ब्राह्मण नहीं कहते, कहते पंडित ही है। पंडित ते ब्राह्मण च भी फर्क है। जे ब्रह्म की विचार करता है ब्राह्मण है, ठीक है, तो जे ब्रह्म की विचार नहीं करता कोई ब्राह्मण नहीं। हुण विचार करना, गुरु जी ने ब्राह्मण की गल की, तो विचार करियो गुरु साहबा ने एक सिख की भी गल की कहते? कहते सिक्खी सिक्ख्या गुर विचार। कहते ध्यान दें, सिक्खी सिक्ख्या गुर विचार। कहते सिख वो आ, गुर विचार। गुर की शब्द, तकनीक, नाम, सिमरन। कहते जिहड़ा गुरु के चरणों च सिख जुड़िया है तो गुरबाणी पढ़ता है, असली सिख वो आ जिहड़ा इस गुरबाणी नूं पढ़दे पढ़दे शब्द की विचार करता है। तो जे विचार नहीं करता तो वो कोई सिख नहीं है। कहता ब्रह्म की गल ना करे कोई ब्राह्मण नहीं है, तो सिख शब्द की विचार ना करे वो सिख नहीं है, सिख नहीं। कहते किवें? कहते ध्यान दें, जे ब्राह्मण नूं द्विज कहा ਇਹਦਾ नवा जन्म होया। ये पहला एक आम इंसान सी, हुणे ब्रह्म की विचार कर लग पिया, नवा जन्म होया। इन्हूं द्विज तां कहंदे। ते गुरु जी कहते सिख का भी नवा जन्म होंदा। ये नहीं कि एक इंसान ब्रह्म की विचार कर लग पिया तो ब्राह्मण बन गया, एक सिख शब्द की विचार कर लग पिया तो तब्दीली नहीं आई, वो भी तब्दीली आई है। बादशाह की कह लगे ध्याई, एक आम इंसान नूं पंडित ने ब्रह्म की विचार कर लग पिया, ब्राह्मण हो गया। एक सिख शब्द की विचार कर लगा तो गुरमुख हो गया, गुरमुख हो गया, गुरमुख हो गया। तो की कहन लगे? ध्यान देना, बड़ी प्यार नाल समझाउण लगे। कहते विचार करी हुण। कहंदा की? कहन लगे कि मां ते बाप के मिलाप नाल शरीर पैदा होया। वो पैदा होया ना, उन्होंने पता की कहते? बिंदी पुत्र। ये बिंदी पुत्र है। कहते अच्छा। कहते एक नादी पुत्र है, एक नादी पुत्र है, शरीर बिंदी पुत्र है। शरीर बनतर च आ गया, मां बाप के मिलाप नाल शरीर बनतर च आ गया। जो शरीर बनतर च आ गया तो मन प्रवेश कर गया। हुण ध्यान दो, जे
ਸਰੀਰ ਬਣ ਜਾਵੇ, ਮਨ ਪ੍ਰਵੇਸ਼ ਨਾ ਕਰੇ ਤੇ ਕੋਈ ਜਨਮ ਨਹੀਂ ਹੈ। ਕੀ ਕਹੀਦਾ? ਬੱਚਾ ਜੰਮਿਆ ਹੀ ਨਹੀਂ। ਜੇ ਸਰੀਰ ਬਣ ਜਾਵੇ ਤੇ ਮਨ ਪ੍ਰਵੇਸ਼ ਕਰ ਜਾਵੇ, ਜਨਮ। ਤੇ ਗੁਰੂ ਜੀ ਕਹਿਣ ਲੱਗੇ, ਮਾਂ ਤੇ ਬਾਪ ਦੇ ਮਿਲਾਪ ਨਾਲ ਜਿਹੜਾ ਸਰੀਰ ਪੈਦਾ ਹੋ ਚ ਮਨ ਪ੍ਰਵੇਸ਼ ਕੀਤਾ ਤੇ ਜਨਮ। ਕਹਿੰਦੇ ਫਿਰ ਧਿਆਨ ਦੇਈ, ਪਹਿਲਾਂ ਭਾਂਡਾ ਬਣ ਗਿਆ। ਕਹਿੰਦਾ ਹਾਂਜੀ। ਕਹਿੰਦਾ ਜਦੋਂ ਤੇਰੀ ਸੁੱਤ ਸ਼ਬਦ ਨਾਲ ਜੁੜਦੀ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਦੀ ਹੈ, ਕਹਿੰਦਾ ਹਾਂਜੀ। ਕਹਿੰਦਾ ਤੇਰੇ ਅੰਦਰ ਵੀ ਇੱਕ ਭਾਂਡਾ ਤਿਆਰ ਹੁੰਦਾ, ਇੱਕ ਸਰੀਰ ਤਿਆਰ ਹੁੰਦਾ ਹੈ। ਸਰੀਰ ਬਣ ਜਾਵੇ ਤੇ ਮਨ ਪ੍ਰਵੇਸ਼ ਕਰਦੇ ਤੇ ਜਨਮ। ਕਹਿਣ ਲੱਗੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਸੁਰਤ ਪ੍ਰਵੇਸ਼ ਕਰ ਜਾਵੇ, ਬ੍ਰਹਮ ਦਾ ਗਿਆਨ ਪ੍ਰਵੇਸ਼ ਕਰ ਜਾਵੇ, ਸਾਡਾ ਫਿਰ ਜਨਮ, ਸਾਡਾ ਫਿਰ ਜਨਮ। ਕਹਿੰਦਾ ਬਾਬਾ ਜੀ ਇਹ ਜਨਮ ਕਿਹੜਾ ਆ? ਕਹੋਗੇ ਨਾ ਇਹ ਜਨਮ ਕਿਹੜਾ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਖੋਲਿਆ। ਕੀ ਖੋਲਿਆ? ਕਹਿੰਦੇ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਕਹਿੰਦਾ ਇੱਕ ਮਾਂ ਬਾਪ ਦੇ ਘਰ ਜਨਮ ਹੁੰਦਾ ਹੈ ਔਰ ਇੱਕ ਸਤਿਗੁਰੂ ਦੇ ਘਰ ਜਨਮ ਹੁੰਦਾ ਹੈ। ਧਿਆਨ ਦੇਈ, ਜਿੱਦਣ ਮਾਂ ਤੇ ਬਾਪ ਦੇ ਘਰ ਸੀਰ ਬਣੇ ਵਿੱਚ ਪ੍ਰਵੇਸ਼ ਕੀਤਾ ਤੇ ਮਨ ਸੀ, ਜਿੱਦਣ ਗੁਰੂ ਦੀ ਸ਼ਬਦ ਵਿੱਚ ਪ੍ਰਵੇਸ਼ ਕੀਤਾ, ਜਨਮ ਲਿਆ, ਤਾਂ ਉਹਦੇ ਸੁਰਤ ਸੀ, ਧਿਆਨ ਸੀ। ਕਹਿੰਦੇ ਫਿਰ ਧਿਆਨ ਦੇ, ਵਿਚਾਰ ਜਰਾ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਹੁਣ ਧਿਆਨ ਦਿਓ, ਮਾਂ ਤੇ ਬਾਪ ਨੇ ਬੱਚੇ ਨੂੰ ਜਨਮ ਦਿੱਤਾ। ਮਾਂ ਦੇ ਬਾਪ ਜਨਮ ਦੇ ਕੇ ਕਦੀ ਮਾਂ ਗਰੰਟੀ ਨਹੀਂ ਲੈਂਦੀ। ਕਹਿੰਦੀ ਲੈ ਪੁੱਤਰਾ ਮੇਰੇ ਘਰ ਜਨਮ ਪੇ। ਕਹਿੰਦਾ ਹਾਂ। ਜਾ ਅੱਜ ਤੋਂ ਬਾਅਦ ਤੂੰ ਕਦੀ ਜੰਮੇਗਾ ਨਹੀਂ, ਮਰੇਗਾ ਵੀ ਨਹੀਂ। ਅੱਜ ਤੋਂ ਬਾਅਦ ਤੇਰਾ ਜੰਮਣ ਮਰਨ ਦਾ ਗੇੜਾ ਖਤਮ। ਕਦੀ ਨਹੀਂ ਕਿਹਾ ਮਾਂ ਨੇ, ਕਦੀ ਨਹੀਂ ਕਿਹਾ ਪਿਓ ਨੇ ਵੀ ਆ ਜਾ ਪੁੱਤਰਾ ਸਾਡੇ ਘਰ ਜੰਮਿਆ। ਕਹਿੰਦਾ ਹਾਂਜੀ, ਅੱਜ ਤੋਂ ਬਾਅਦ ਤੇਰਾ ਆਉਣਾ ਜਾਣਾ ਖਤਮ। ਕਦੀ ਨਹੀਂ ਕਿਹਾ। ਕਹਿੰਦੇ ਪਰ ਸਾਡੀ ਸੁਰਤ, ਸਾਡਾ ਧਿਆਨ ਸਤਿਗੁਰ ਕੇ ਜਨਮ ਹੈ। ਕਹਿੰਦਾ ਸਾਡੀ ਸੁਰਤ ਨੇ, ਸਾਡੇ ਧਿਆਨ ਨੇ ਗੁਰੂ ਦੇ ਸ਼ਬਦ ਦੇ ਘਰ ਜਾ ਕੇ ਜਨਮ ਲਿਆ। ਤੇ ਗੁਰੂ ਜੀ ਪਤਾ ਕੀ ਕਹਿੰਦੇ? ਸਤਿਗੁਰ ਕੇ ਜਨਮ ਹੈ, ਆ ਜਾ ਪੁੱਤਰਾ ਮੇਰੇ ਘਰ ਜੰਮ ਪੇ, ਜਨਮ ਲੈ ਲਿਆ। ਕਹਿੰਦਾ ਹਾਂਜੀ। ਕਹਿੰਦੇ ਗਮਨ ਮਿਟਾਇਆ ਜਾਂ ਤੇਰਾ ਅੱਜ ਤੋਂ ਬਾਅਦ ਆਵਾਗਮਨ ਖਤਮ ਹੋ ਗਏ। ਅੱਜ ਤੋਂ ਬਾਅਦ ਤੂੰ ਜੰਮਣਾ ਨਹੀਂ ਹੈ, ਮਰਨਾ ਨਹੀਂ ਹੈ, ਤੇਰਾ ਖਤਮ ਹੋ ਗਿਆ। ਇਸ ਚੀਜ਼ ਨੂੰ ਗੁਰੂ ਜੀ ਸਮਝਾਉਣਾ ਚਾਹੁੰਦੇ ਆ। ਕਹਿੰਦੇ ਔਖਦ ਮੰਤਰ ਮੂਲ ਮਨ ਇੱਕ ਹੈ। ਕਹਿੰਦੇ ਜਿਹੜੀ ਸਭ ਤੋਂ ਮੁੱਢ ਤੇ ਵਧੀਆ ਔਸ਼ਧੀ ਹੈ ਉਹ ਕੇਵਲ ਤਾਂ ਕੇਵਲ ਗੁਰ ਮੰਤਰ ਹੈ, ਹੋਰ ਕੁਝ ਨਹੀਂ। ਤੇ ਅਸੀਂ ਲੋਕ ਛੱਡ ਹੀ ਗਏ। ਇੱਥੋਂ ਤੱਕ ਜੇ ਕਿਸੇ ਨੂੰ ਕਹੋ ਨਾ ਸਿਮਰਨ ਕਰਿਆ ਕਰੋ, ਨਾਮ ਸਿਮਰਨ ਕਰਿਆ ਕਰੋ, ਮਜ਼ਾਕ ਕਰਦੇ। ਕਹਿੰਦੇ ਇਕੱਲੀ ਸਿਮਰਨ ਦੀ ਗੱਲ ਕਰਦੇ ਰਹਿੰਦੇ, ਹੋਰ ਗੱਲ ਹੀ ਕੋਈ ਨਹੀਂ ਕਰਦੇ। ਗੁਰੂ ਪਿਆਰਿਓ ਪੜ੍ਹਿਓ ਧਿਆਨ ਨਾਲ, ਜਰਾ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਓ। ਗੁਰੂ ਸਾਹਿਬਾਨ ਜੀ ਕਹਿਣ ਲੱਗੇ, ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠਰ ਨਾਮ ਧਿਆਵੇ। ਕਹਿੰਦਾ ਜੇ ਕੋਈ ਇਹ ਸਿੱਖ ਅਖਵਾਉਂਦਾ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਦੋ ਅੱਖਰ ਆ ਗਏ ਇਕੱਠੇ, ਪਹਿਲਾਂ ਗੁਰ ਆ ਗਿਆ ਫਿਰ ਸਤਿਗੁਰ ਆ ਗਿਆ। ਠੀਕ ਹੈ। ਅਸਲ ਦੇ ਵਿੱਚ ਗੁਰ ਗੁਰੂ ਨੂੰ ਕਿਹਾ ਇੱਥੇ, ਸਤਿਗੁਰ ਪਰਮਾਤਮਾ ਨੂੰ ਕਿਹਾ ਇੱਥੇ। ਤੇ ਦੂਜਾ ਰੂਪ ਕੀ? ਗੁਰ ਜੁਗਤੀ ਨੂੰ ਕਿਹਾ ਤੇ ਸਤਿਗੁਰ ਗੁਰੂ ਨੂੰ ਕਿਹਾ। ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਵਾਹ ਬਈ ਵਾਹ। ਕੀ ਕਹਿਣ ਲੱਗੇ? ਕਹਿੰਦੇ ਜੇ ਕੋਈ ਮਨ ਇਹ ਅਖਵਾਉਂਦਾ ਹੈ ਕਿ ਮੈਂ ਮਨੁੱਖ ਸਰੀਰ 'ਚ ਪਹੁੰਚ ਗਿਆ ਤੇ ਮੈਂ ਇਸ ਸਰੀਰ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚੋਂ ਗੁਰ ਦੀ ਸਿੱਖਿਆ ਲੈਣੀ ਹੈ, ਜੁਗਤੀ ਸਿੱਖਣੀ ਹੈ, ਕਹਿੰਦੇ ਫਿਰ ਇੱਕ ਕੰਮ ਕਰੇ। ਪੁੱਛਿਆ ਕੀ? ਕਹਿੰਦੇ ਸੋ ਭਲ ਕੇ ਉਠਰ ਨਾਮ ਧਿਆਵੇ। ਕਹਿੰਦਾ ਜਦੋਂ ਸਵੇਰੇ ਉੱਠਦਾ ਨਾ ਤਾਂ ਉੱਠਦੇ ਪਹਿਲਾਂ ਸਭ ਤੋਂ ਨਾਮ ਸਿਮਰਨ ਕਰੇ। ਅਸੀਂ ਛੱਡ ਬੈਠੇ, ਅਸੀਂ ਛੱਡ ਬੈਠੇ, ਸਾਡੇ ਦਿਮਾਗ 'ਚ ਗੱਲ ਆਈ ਨਹੀਂ। ਇਹ ਮਰਿਆਦਾ ਹੈ ਗੁਰੂ ਦੇ ਦਰ ਦੀ, ਧਿਆਨ ਨਾਲ ਪੜ੍ਹਨਾ। ਅਸੀਂ ਬੇਸ਼ੱਕ ਕਹਿ ਲਿਆ ਵੀ ਸਵੇਰੇ ਉੱਠ ਸਭ ਤੋਂ ਪਹਿਲਾਂ ਨਿਤਨੇਮ ਕਰ, ਕਿਆ ਪਾਠ ਕਰ, ਤੇ ਗੁਰੂ ਸਾਹਿਬਾਨ ਬੜੇ ਪਿਆਰ ਨਾਲ ਕਹਿੰਦੇ ਦਿਨ ਚੜਿਆ, ਉੱਠਿਆ, ਜਦੋਂ ਉੱਠਿਆ ਤੂੰ
ਉੱਠਦਿਆਂ ਪਹਿਲਾਂ ਨਾਮ ਤੇ ਆ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਆਂਦਾ ਜਦੋਂ ਦਿਨ ਚੜ੍ਹ ਜਾਵੇ ਫਿਰ ਨਿਤਨੇਮ ਕਰ, ਗੁਰਬਾਣੀ ਪੜ੍ਹ। ਗੁਰਬਾਣੀ ਪੜ੍ਹਨ ਤੋਂ ਬਾਅਦ ਵਿੱਚ ਫਿਰ ਵੀ ਉਹੀ ਕੰਮ ਕਰ, ਕੀ ਬਹਿੰਦੇ ਆ ਉੱਠਦੇ ਆ ਹਰ ਨਾਮ ਤੇ ਆਵੇ। ਕਹਿੰਦਾ ਬਹਿੰਦੇ ਆ ਉੱਠਦਾ ਮਤਲਬ ਕੰਮ ਕਰ ਕਰਦੇ ਆ ਜਾਂ ਵਿਹਲਾ ਹੈ ਤੇ ਨਾਮ ਦੇ। ਸਾਨੂੰ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਨਾਮ ਦੀ ਮਹਾਨਤਾ ਹੀ ਸਾਨੂੰ ਨਹੀਂ ਪਤਾ ਲੱਗਾ ਵੀ ਨਾਮ ਦੀ ਮਹਾਨਤਾ ਹੀ ਕਿੰਨੀ ਹੈ। ਗੁਰੂ ਸਾਹਿਬ ਬਣ ਕਹਿਣ ਲੱਗੇ 1356 ਅੰਗ ਦੇ ਉੱਤੇ, ਕਹਿੰਦੇ ਤੁਸੀਂ ਪਤਾ ਨਾਮ ਦੀ ਮਹਾਨਤਾ ਕਿੰਨੀ ਹੈ। ਤੇ ਗੁਰੂ ਜੀ ਕਹਿਣ ਲੱਗੇ ਗੁਰ ਮੰਤਰ ਹੀਨਸ ਜੋ ਪੁਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨੇ। ਕਹਿੰਦੇ ਜਿਹਦੇ ਸਵਾਸ ਗੁਰ ਮੰਤਰ ਤੋਂ ਸਖਣੇ ਆ, ਜਿਹਦੇ ਸਵਾਸਾਂ 'ਚ ਨਾਮ ਸਿਮਰਨ ਨਹੀਂ ਚੱਲਦਾ, ਹੁਣ ਧਿਆਨ ਦੇਣਾ, ਨਾਮ ਸਿਮਰਨ ਨਹੀਂ ਚੱਲਦਾ। ਅਸੀਂ ਲੋਕ ਲੜ ਪੈਂਦੇ ਕਈ ਵਾਰੀ ਵੀ ਫਲਾਣਾ ਸੋ ਤੇ ਰਾਮ ਰਾਮ ਕਹਿੰਦਾ ਫਿਰਦਾ, ਫਲਾਣਾ ਸੋ ਅੱਲਾ ਅੱਲਾ ਕਹਿੰਦਾ, ਅਸੀਂ ਵਾਹਿਗੁਰੂ ਕਹਿੰਦੇ ਅਸੀਂ ਤਰ ਜਾਣਾ, ਅੱਲਾ ਅੱਲਾ ਕਹਿੰਦਾ ਅਸੀਂ ਤਰ ਜਾਣੇ ਬਾਕੀ ਡੁੱਬ ਜਾਣੇ, ਰਾਮ ਰਾਮ ਕਹਿਣ ਵਾਲਾ ਕਹਿੰਦਾ ਅਸੀਂ ਤਰਨੇ ਬਾਕੀ ਸਾਰੇ ਡੁੱਬ ਜਾਣੇ। ਅਸੀਂ ਕਹਿੰਦੇ ਪਰ ਜ਼ਿੰਦਗੀ 'ਚ ਵਿਚਾਰ ਕਰਿਓ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਭਾਈ ਇੱਕ ਗੱਲ ਦੀ ਜ਼ਿੰਦਗੀ 'ਚ ਵਿਚਾਰ ਕਰ ਕਿ ਸਰੀਰ ਦੀ ਭੁੱਖ ਸਾਰਿਆਂ ਦੀ ਇੱਕੋ ਜਿਹੀ ਹੈ, ਸਭ ਦੀ, ਚਾਹੇ ਉਹ ਮਦਰਾਸੀ ਹੈ, ਚਾਹੇ ਉਹ ਪੰਜਾਬੀ ਹੈ, ਚਾਹੇ ਉਹ ਚਾਈਨੀ ਹੈ, ਸਭ ਦੀ ਇੱਕੋ ਜਿਹੀ ਭੁੱਖ ਹੈ, ਪਰ ਭੋਜਨ ਵੱਖੋ ਵੱਖਰਾ ਹੈ। ਭੋਜਨ ਵੱਖੋ ਵੱਖਰਾ ਹੈ। ਮਦਰਾਸੀ ਚਾਵਲ ਖਾਂਦੇ, ਪੰਜਾਬੀ ਰੋਟੀਆਂ ਖਾਂਦੇ। ਜੇ ਮਦਰਾਸੀ ਕਹੇ ਪੰਜਾਬੀ ਨੂੰ ਤੁਸੀਂ ਰੋਟੀ ਕਿਉਂ ਖਾਂਦੇ ਹੋ, ਚਾਵਲ ਖਾਇਆ ਕਰੋ, ਕੀ ਕਹਾਂਗੇ ਮੂਰਖ, ਸਾਡੀ ਖੁਰਾਕ ਜੋ ਮਰਜ਼ੀ ਖਾਈਏ, ਮਟਾਉਣੀ ਤੇ ਭੁੱਖ ਹੀ ਹੈ। ਪੰਜਾਬੀ ਕਹੇ ਮਦਰਾਸੀ ਨੂੰ ਚੌਲ ਕਿਉਂ ਖਾਣਾ, ਬਈ ਕਹਿ ਸਕਦੇ ਆਪਾਂ ਕਦੀ, ਕਦੀ ਕਿਹਾ ਆਪਾਂ ਤੂੰ ਚੌਲ ਕਿਉਂ ਖਾਣਾ, ਕੀ ਕਹੀਦਾ ਬਈ ਤੁਹਾਡੀ ਖੁਰਾਕ ਆ ਤੁਸੀਂ ਖਾਓ। ਮਿਟਾਉਣੀ ਭੁੱਖ ਹੀ ਹੈ ਚੌਲਾਂ ਨੇ ਵੀ, ਮਿਟਾਉਣੀ ਭੁੱਖ ਹੀ ਹੈ ਰੋਟੀ ਨੇ ਵੀ, ਤੇ ਮਿਟਾਉਣੀ ਭੁੱਖ ਹੀ ਹੈ ਚਾਈਨਾ ਦੇ ਨੂਡਲਸ ਨੇ। ਭੋਜਨ ਵੱਖੋ ਵੱਖਰਾ ਪਰ ਭੁੱਖ ਇੱਕੋ ਜਿਹੀ ਹੈ। ਗੁਰੂ ਜੀ ਕਹਿੰਦੇ ਮਨ ਦੀ ਪਰਮਾਤਮਾ ਤੱਕ ਪਹੁੰਚਣ ਦੀ ਤਾਂਘ ਇੱਕੋ ਜਿਹੀ ਹੈ। ਅੰਦਰ ਦੀ ਪਿਆਸ ਪਰਮਾਤਮਾ ਨੂੰ ਵੇਖਣ ਦੀ ਇੱਕੋ ਜਿਹੀ ਹੈ। ਜਿਵੇਂ ਭੋਜਨ ਵੱਖੋ ਵੱਖਰਾ ਤਾਂ ਭਜਨ ਵੱਖੋ ਵੱਖਰਾ ਹੋ ਸਕਦਾ ਹੈ। ਭਜਨ ਵੱਖੋ ਵੱਖਰਾ ਹੋ ਸਕਦਾ। ਗੁਰਬਾਣੀ 'ਚ ਲਿਖਿਆ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ। ਕਹਿੰਦੇ ਕੋਈ ਰਾਮ ਰਾਮ ਬੋਲਦਾ ਫਿਰਦਾ, ਕੋਈ ਖੁਦਾ ਖੁਦਾ ਬੋਲਦਾ ਫਿਰਦਾ। ਪਰ ਇੰਨਾ ਆ ਵੀ ਪਿਆਸ ਭੁੱਖ ਮਿਟਣੀ ਕੁਝ ਖਾਧੇ ਆ। ਖੁਰਾਕ ਵੱਖੋ ਵੱਖਰਾ, ਭੋਜਨ ਵੱਖੋ ਵੱਖਰਾ ਹੈ, ਪਰ ਖਾਏਗਾ ਤੇ ਮਿਟੂਗੀ। ਕਹਿੰਦੇ ਮਨ 'ਚ ਪਿਆਸ ਹੈ ਪਰਮਾਤਮਾ ਦੇ ਦਰਸ਼ਨਾਂ ਦੀ। ਕਹਿੰਦੇ ਨਾਮ ਸਿਮਰਨ ਕਰੇਗਾ ਤੇ ਮਿਟੂਗੀ, ਵਰਨਾ ਮਿਟੂਗੀ ਨਹੀਂ। ਗੁਰ ਮੰਤਰ ਹੀਨਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨੇ। ਕਹਿੰਦੇ ਜਿਹਦੇ ਸਵਾਸ ਨਾਮ ਗੁਰ ਮੰਤਰ ਤੋਂ ਸਖਣੇ ਆ, ਹੀਨੇ ਆ, ਉਹਦਾ ਜਨਮ ਲਾਂਤਾ ਭਰਿਆ ਭ੍ਰਿਸ਼ਟ। ਦੱਸੋ ਕਿੰਨੀ ਕੁ ਮਹਾਨਤਾ ਨਾਮ ਦੀ। ਫਿਰ ਕੀ ਕਹਿੰਦੇ, ਕਹਿੰਦੇ ਇੱਕ ਗੱਲ ਹੋਰ ਸੁਣ ਲਓ। ਅੱਛਾ ਕੀ ਕਹਿੰਦੇ, ਜਿਹੜਾ ਪ੍ਰਾਣੀ ਨਾਮ ਸਿਮਰਨ ਨਹੀਂ ਕਰਦਾ, ਬੇਸ਼ੱਕ ਉਹ ਕਵੇ ਕਿ ਮੈਂ ਤਾਂ ਗੁਰੂ ਦਾ ਪੱਲਾ ਫੜਿਆ, ਬੇਸ਼ੱਕ ਕਵੇ ਕਿ ਮੈਂ ਗੁਰੂ ਘਰ ਜਾਣਾ, ਮੈਂ ਮੰਦਿਰ ਜਾਣਾ, ਮੈਂ ਮਸਜਿਦ ਜਾਣਾ, ਮੈਂ ਚਰਚ ਜਾਣਾ, ਬੇਸ਼ੱਕ ਜਾਂਦਾ ਹੈ, ਸਭ ਕੁਝ ਕਰਮ ਕਾਂਡ ਕਰਦਾ ਹੈ, ਪਰ ਇੱਕ ਗੱਲ ਪੱਲੇ ਬੰਨ ਲਵੇ, ਜੇ ਉਹ ਨਾਮ ਸਿਮਰਨ ਨਹੀਂ ਕਰਦਾ ਤੇ ਉਹਦਾ ਜੀਵਨ ਇਹਨਾਂ ਜੂਨਾ ਵਰਗਾ ਹੈ। ਕਹਿੰਦੇ ਕਿੰਨਾ ਵਰਗਾ, ਕਹਿੰਦੇ ਕੁੱਕੜੇ, ਸੂਕਰੇ, ਗਰਦਵੇ, ਕਾਕੇ, ਸਰਪਨੇ, ਤੁਲ ਖਦੇ। ਕੁੱਕਰੇ ਕੁੱਤੇ, ਸੁਕਰੇ ਸੂਅਰ, ਗਰਦਵੇ ਗਧੇ, ਕਾਕੇ ਕਾਂ, ਸਰਪਨੇ ਸੱਪ, ਤੁਲ ਬਰਾਬਰ ਖਲੇ ਖਲੋਤੇ। ਕਹਿੰਦੇ ਇਹ ਲੋਕ ਅਜੇ ਤੱਕ ਇਹਨਾਂ ਟੇਢੀਆਂ ਮੇਢੀਆਂ ਜੂਨਾਂ ਦੇ ਬਰਾਬਰ ਹੀ ਖੜੇ ਆ। ਇਹ ਇਨਸਾਨ ਦੇ ਜਾਮੇ 'ਚ ਨਹੀਂ ਆਏ। ਸਰੀਰ ਇਨਸਾਨ ਦਾ ਹੈ ਪਰ ਸੋਚ ਇਨਸਾਨ ਦੀ ਨਹੀਂ ਹੈ। ਇਨਸਾਨ ਦੀ ਸੋਚ ਕੀ ਹੈ? ਇਨਸਾਨ ਦੀ ਸੋਚ ਹੀ ਹੈ ਕਿ ਇਹ ਹਮੇਸ਼ਾ ਗੁਰੂ ਦੇ ਮਾਰਗ ਤੇ ਚੱਲਣਾ ਜਾਣਦਾ ਹੈ ਔਰ ਇਹ ਆਪਣੇ ਆਪ ਦੀ ਪਹਿਚਾਣ ਕਰ ਸਕਦਾ ਇਹ ਇਨਸਾਨ ਹੈ। ਤੇ ਜੇ ਗੁਰੂ ਦੇ ਮਾਰਗ ਤੇ ਨਹੀਂ ਚੱਲਦਾ ਤੇ ਕਹਿੰਦੇ ਇਹ ਕੁੱਤੇ ਵਰਗਾ ਹੈ, ਇਹ ਸੂਰ ਵਰਗਾ ਹੈ, ਗਧੇ ਵਰਗਾ ਹੈ, ਕਾਂ ਵਰਗਾ ਹੈ, ਸੱਪ ਵਰਗਾ ਹੈ। ਕਹਿੰਦੇ ਇਹ ਲੋਕ ਆਪਣੀ ਪਹਿਚਾਣ ਨਹੀਂ ਕਰ ਸਕਦੇ, ਇਹ ਵੀ ਨਹੀਂ ਕਰ ਸਕਦੇ।
ਹੁਣ ਤੁਸੀਂ ਹਿਸਾਬ ਲਾਓ, ਗੁਰੂ ਜੀ ਨੇ ਕਿਹਾ ਕਿ ਉਹ ਜਾਮੇ ਜਿਹੜੇ ਆਪਣੇ ਆਪ ਨੂੰ ਨਹੀਂ ਪਹਿਚਾਨ ਸਕਦੇ, ਜੇ ਨਾਮ ਨਾਲ ਤੁਸੀਂ ਨਹੀਂ ਜੁੜਦੇ ਤਾਂ ਤੁਹਾਡੀ ਵੀ ਮਨ ਬਿਰਤੀ ਉਹਨਾਂ ਵਰਗੀ ਹੈ, ਕੋਈ ਫਰਕ ਨਹੀਂ, ਕਦ ਤੋਂ ਬਗੈਰ, ਨਾਮ ਤੋਂ ਬਗੈਰ। ਤੇ ਆਪਾਂ ਕੀ ਕਰਦੇ ਹਾਂ, ਕਿਹੜੇ ਨਾਮ ਦੀਆਂ ਗੱਲਾਂ ਕਰਦੇ ਹੋ, ਆਪਾਂ ਮਨ 'ਚ ਹੀ ਆਉਂਦਾ ਕਿਹੜਾ ਨਾਮ, ਇਹ ਨਾਮ ਸਿਮਰਨ ਕੀ ਚੀਜ਼ ਹੈ। ਗੁਰੂ ਪਿਆਰਿਓ, ਗੁਰਬਾਣੀ ਪੜ੍ਹ ਕੇ ਦੇਖਿਓ, ਜਿੰਨੀ ਨਾਮ ਦੀ ਮਾਨਤਾ ਨਾ ਗੁਰਬਾਣੀ 'ਚ, ਇੰਨੀ ਹੋਰ ਕਿਸੇ ਚੀਜ਼ ਦੀ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਕਹਿੰਦੇ ਸਭ ਤੋਂ ਉੱਚਾ। ਤਾਂ ਉਹਨਾਂ ਨੇ ਕਿਹਾ, ਕਹਿਣ ਲੱਗੇ ਧੰਨ ਗੁਰੂ ਨਾਨਕ ਪਾਤਸ਼ਾਹ, ਧਿਆਨ ਨਾਲ ਸੁਣੋ ਕੀ ਕਹਿੰਦੇ, ਕਹਿੰਦੇ ਸੋ ਕਾਜੀ ਜਿਨ ਆਪ ਤਜਿਆ। ਕਹਿੰਦੇ ਕਾਜੀ ਉਹ ਆ ਜਿਹਨੇ ਆਪਣੇ ਆਪ ਨੂੰ ਤਿਆਗਤਾ, ਆਪਣੇ ਆਪ ਨੂੰ ਭੁੱਲ ਗਿਆ, ਕੀਤਾ ਕੀ, ਇੱਕ ਨਾਮ ਕੀਆ ਆਧਾਰੋ। 24 ਅੰਗ ਦੇ ਉੱਤੇ ਪੜ੍ਹਿਓ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ, ਕਹਿੰਦੇ ਕਾਜੀ ਉਹ ਆ ਜਿਹਨੇ ਆਪਣੇ ਆਪ ਨੂੰ ਤਿਆਗਿਆ, ਤੇ ਤਿਆਗ ਕੇ ਕੀਤਾ ਕੀ ਹੈ, ਇੱਕ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਮੰਨਿਆ, ਉਹ ਕਾਜੀ ਹੈ। ਹੁਣ ਦੱਸੋ ਸਾਹਿਬ, ਉਹਨਾਂ ਲਿਖਿਆ ਵੀ ਤੂੰ ਸਿੱਖਿਆ ਕੱਲਾ ਤੂੰ ਹੀ ਨਾਮ ਸਿਮਰਨ ਕਰਨਾ, ਉਹ ਤਾਂ ਕਹਿੰਦੇ ਜੇ ਤੂੰ ਮੁਸਲਮਾਨ ਵੀ ਹੈ, ਜੇ ਨਾਮ ਨੂੰ ਆਧਾਰ ਮੰਨਦਾ ਤੇਰੀ ਜ਼ਿੰਦਗੀ ਹੈ, ਤੇ ਤੂੰ ਤਾਂ ਕਾਜੀ ਹੈ, ਜੇ ਤੂੰ ਨਾਮ ਸਿਮਰਨ ਨਹੀਂ ਕਰਦਾ ਤੂੰ ਕਾਜੀ ਨਹੀਂ ਹੈ, ਤੂੰ ਮੁਸਲਮਾਨ ਹੀ ਨਹੀਂ ਹੈ। ਅਸੀਂ ਤਾਂ ਗੌਰ ਹੀ ਨਹੀਂ ਕੀਤੀ। 24 ਅੰਗ ਤੇ ਪੜ੍ਹਿਓ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੋਈ ਕਾਜੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ। ਜਿੰਨੇ ਇੱਕ ਨਾਮ ਨੂੰ ਹੀ ਆਸਰਾ ਮੰਨਿਆ, ਕਹਿੰਦੇ ਉਹ ਕਾਜੀ ਹੈ, ਹੋਰ ਕੋਈ ਕਾਜੀ ਵੀ ਹੈ ਨਹੀਂ। ਹੁਣ ਵਿਚਾਰ ਕਰਨਾ, ਉਹ ਕਹਿੰਦੇ ਔਖਦ ਮੰਤਰ ਮੂਲ ਮਨ ਇੱਕ ਹੈ। ਪਰ ਅਗਲੀ ਗੱਲ ਉਹਨਾਂ ਨੇ ਕਹਤੀ, ਕਹਿੰਦਾ ਇਹ ਜਿਹੜੀ ਦਵਾਈ ਹੈ ਨਾ, ਜਿਹੜੀ ਔਸ਼ਧੀ ਹੈ, ਇਹ ਸਾਰੀਆਂ ਦਵਾਈਆਂ ਦੇ ਨਾਲੋਂ ਉੱਤਮ ਹੈ। ਮੂਲ ਦਾ ਭਾਵ ਮੋਢਿਆ, ਉੱਤਮ ਹੈ, ਵਧੀਆ ਹੈ। ਜਿਵੇਂ ਡਾਕਟਰ ਦਵਾਈ ਦੇਣ ਲੱਗਾ, ਡਾਕਟਰ ਦਵਾਈ ਦੇਣ ਲੱਗਾ ਤੇ ਵਾਕਿਫ ਸੀ ਬੰਦਾ, ਤੇ ਉਹਦੇ ਨਾਲ ਡਾਕਟਰ ਦੀ ਬਣਦੀ ਸੀ। ਡਾਕਟਰ ਨੂੰ ਕਹਿਣ ਲੱਗਾ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਸਿਰੇ ਦੀ ਦਵਾਈ ਦੇਣ ਲੱਗਾ, ਇਹ ਤੋਂ ਗਾਂ ਕੁਝ ਨਹੀਂ, ਇਹ ਟੌਪ ਦੀ ਦਵਾਈ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨਾ, ਆ ਜਿਹੜੀ ਮੈਂ ਤੈਨੂੰ ਦਵਾਈ ਦੇਣ ਲੱਗਾ ਗੁਰਮੰਤਰ ਨਾਮ, ਕਹਿੰਦੇ ਤੂੰ ਗਾਂ ਕੁਝ ਨਹੀਂ। ਔਖਦ ਮੰਤਰ ਮੂਲ ਮਨ ਇੱਕ ਹੈ, ਕਹਿੰਦਾ ਇੱਕੋ ਹੀ ਹੈ। ਮਨਾ ਮੇਰੀ ਗੱਲ ਸਮਝ ਲਾ ਵੀ ਇਹ ਇੱਕੋ ਹੀ ਦਵਾਈ ਹੈ, ਇਸ ਤੋਂ ਗਾਂ ਦਵਾਈ ਹੋਰ ਕੋਈ ਨਹੀਂ। ਪਰ ਅਗਲੀ ਗੱਲ ਆਤੀ ਨਾ, ਜੇ ਕਰ। ਹੁਣ ਜੇ ਕਦੋਂ ਕਹੀਦਾ ਵੀ ਮਰਜ਼ੀ ਹੈ ਤੇਰੀ, ਦ੍ਰਿੜ ਚਿੱਤ ਕੀਜੇ ਰੇ। ਕਹਿੰਦਾ ਹੁਣ ਮਰਜ਼ੀ ਆ ਤੇਰੀ, ਡਾਕਟਰ ਨੇ ਦਵਾਈ ਦੇਤੀ ਤੇ ਨਾਲ ਕਹਿੰਦਾ ਵੀ ਮਰਜ਼ੀ ਆ ਤੇਰੀ, ਖਾ ਲੇਗਾ ਤੰਦਰੁਸਤ ਹੋ ਜਾਏਗਾ, ਇਹ 'ਚ ਮੇਰਾ ਕੋਈ ਰੋਲ ਨਹੀਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇ ਕਰ ਦ੍ਰਿੜ ਚਿੱਤ ਕੀਜੇ ਰੇ। ਕਹਿੰਦਾ ਜੇ ਕਿਤੇ ਤੂੰ ਮਨ 'ਚ ਦ੍ਰਿੜਤਾ ਕਰ ਲਵੇਂ, ਪੱਕਾ ਕਰ ਲਿਆ ਕਿ ਮੈਂ ਸਿਮਰਨ ਕਰਨਾ ਹੀ ਕਰਨਾ, ਤੇ ਸਿਮਰਨ ਕਰੇ ਕੀਜੇ ਰੇ, ਕਰ ਲਵੇਂ, ਤੇ ਕਹਿੰਦਾ ਫਿਰ ਤੂੰ ਗਾਂ ਦਵਾਈ ਕੋਈ ਨਹੀਂ, ਫਿਰ ਤੈਨੂੰ ਤੰਦਰੁਸਤੀ ਆ ਜੂ, ਫਿਰ ਤੇਰਾ ਜਨਮ ਜਿਹੜਾ ਹੈ ਸਤਿਗੁਰੂ ਦੇ ਘਰ ਹੋਊਗਾ, ਤੂੰ ਨਾਦੀ ਪੁੱਤਰ ਬਣ ਜਾਏਗਾ। ਇੱਕ ਬਿੰਦੀ ਪੁੱਤਰ ਹੈ, ਇੱਕ ਨਾਦੀ ਪੁੱਤਰ ਹੈ, ਠੀਕ ਹੈ। ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਫਿਰ ਤੂੰ ਨਾਦੀ ਪੁੱਤਰ ਬਣ ਜਾਏਗਾ, ਇਹਦਾ ਮਤਲਬ ਤੂੰ ਨਾਦ ਦੇ ਘਰ ਜਨਮ ਲੈ ਲੇਗਾ, ਤੂੰ ਸ਼ਬਦ ਦੇ ਘਰ ਜਨਮ ਲੈ ਲੇਗਾ, ਤੇਰੀ ਜ਼ਿੰਦਗੀ ਹੋਰ ਹੋਏਗੀ, ਪਰ ਹੋਏਗੀ ਉਸੇ ਦੀ ਜਿਨ ਸੇਵਿਆ ਤਿਨ ਪਾਇਆ ਮਨ। ਫਿਰ ਗੁਰੂ ਸਾਹਿਬਾਨ ਕਹਿਣ ਲੱਗੇ, ਮਨ ਇੱਕੋ ਸਾਹਿਬ ਪਾਈ ਰੇ। ਕਹਿੰਦੇ ਮਨਾ ਮੇਰੀ ਗੱਲ ਸੁਣ, ਇੱਕੋ ਸਾਹਿਬ ਪਾਈ ਰੇ, ਸਾਹਿਬ ਦਾ ਮਤਲਬ ਮਾਲਕ। ਕਹਿੰਦਾ ਮਨਾ ਮੇਰੀ ਗੱਲ ਸੁਣ ਲਾ, ਇਹ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਆ, ਇਹ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਔਰ ਇਸ ਨਾਮ ਦੀ ਦਾਤ ਦੇਣ ਵਾਲਾ ਮਾਲਕ ਇੱਕੋ ਹੀ ਹੈ। ਤੇਰੇ 3 ਗੁਣਾ ਸੰਸਾਰ ਸਮਾਵੇ, ਤੇਰੇ 3 ਗੁਣਾ ਸੰਸਾਰ ਸਮਾਵੇ, ਅਲਖ ਨਾ ਲਖਣਾ ਜਾਈ ਰੇ। ਕਹਿੰਦੇ ਤੇਰੇ ਜਿਹੜੇ ਇੰਦਰੇ ਆ ਨਾ, ਇੰਦਰੇ, ਇਹ 3 ਗੁਣ ਲੋਕ ਦੇ ਵਿੱਚ ਸਮਾਏ ਹੋਏ ਆ। ਸਾਡੇ ਗਿਆਨ ਇੰਦਰੇ ਨਾ, ਇਹ ਸਾਡੇ ਸੰਸਾਰ 'ਚ ਹੀ ਸਮਾਏ ਹੋਏ ਆ।
ਸਾਡੇ ਇਹਨਾਂ ਗਿਆਨ ਇੰਦਰਾਂ ਦੇ ਜਿਹੜੀ ਖਿੱਚ ਜਿਹੜੀ ਹੈ ਨਾ ਮਨ ਨੂੰ ਪੈਂਦੀ, ਉਹ ਸੰਸਾਰ ਦੀ ਪੈਂਦੀ। ਅੱਖਾਂ ਦੇ ਨਾਲ ਆਪਾਂ ਕਿਸੇ ਨੂੰ ਵੇਖਦੇ ਹਾਂ, ਮਨ ਵਿੱਚ ਖਿੱਚ ਪੈਂਦੀ ਹੈ ਵੀ ਇਹ ਮੈਨੂੰ ਮਿਲੇ। ਕੰਨਾਂ ਦੇ ਨਾਲ ਆਪਾਂ ਕਿਸੇ ਦੀ ਨਿੰਦਿਆ ਸੁਣਦੇ, ਵਡਿਆਈ ਸੁਣਦੇ ਹਾਂ, ਸਾਡੇ ਮਨ ਵਿੱਚ ਕੀ ਆਉਂਦਾ? ਨਿੰਦਿਆ ਸੁਣ ਲਈ, ਮੰਨ ਕੇ ਵੀ ਵਾਕਈ ਨਹੀਂ ਚੰਗਾ ਹੋਣਾ। ਵਡਿਆਈ ਸੁਣ ਲਈ, ਵਾਕਈ ਚੰਗਾ ਹੋਣਾ। ਕਿਹੜੀ ਗੱਲੋਂ? ਕਿਉਂਕਿ ਸਾਡੀ ਜਿਹੜੀ ਮਨ ਬਿਰਤੀ ਹੈ ਜੀ ਉੱਥੇ ਪਹੁੰਚੀ ਨਹੀਂ ਵੀ ਯਾਰ ਉਹ ਅਕਾਲ ਪੁਰਖ ਜਿਹੜਾ ਹੈ, ਜਦੋਂ ਉਹਦੀ ਪ੍ਰਾਪਤੀ ਹੁੰਦੀ ਹੈ, ਜਦੋਂ ਅੰਦਰ ਬ੍ਰਹਮ ਗਿਆਨ ਉਜਾਗਰ ਹੁੰਦਾ, ਉਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਉਸ ਤੋਂ ਪਹਿਲਾਂ ਸਾਨੂੰ ਕੋਈ ਚੰਗਾ ਲੱਗਦਾ ਹੀ ਨਹੀਂ, ਸਿਰਫ ਅਸੀਂ ਚੰਗੇ ਹਾਂ। ਜਿਹੜੀ ਮੇਰੀ ਗੱਲ ਕਹੀ ਆ ਇਹ 16 ਨੇ ਸੱਚ ਹੈ, ਜਿਹੜੀ ਬਾਕੀਆਂ ਨੇ ਕਹੀ ਹੈ ਬਿਲਕੁਲ ਬੇਕਾਰ ਹੈ, ਇਹ ਬੰਦਾ ਚੰਗਾ ਨਹੀਂ। ਠੀਕ ਹੈ, ਸਾਡੀ ਮਨ ਬਿਰਤੀ ਹੈ। ਧਿਆਨ ਦਿਓ, ਜੋੜਨ ਵਾਲੇ ਪਾਸੇ ਬਹੁਤ ਘੱਟ ਮਨ ਬਿਰਤੀ ਵਾਲੇ ਹੁੰਦੇ, ਪਰ ਤੋੜਨ ਵਾਲੇ ਪਾਸੇ ਬਹੁਤ ਜ਼ਿਆਦਾ ਮਨ ਬਿਰਤੀਆਂ ਨੇ। ਇੰਨੀਆਂ ਨਿਦਾਂਤੀ ਕੋਈ ਨਹੀਂ। ਕਿਉਂ? ਜੋੜਨਾ ਸਿਰਫ ਉਹੀ ਜਾਣਦਾ ਜਿਹਦੀ ਆਤਮਿਕ ਬਿਰਤੀ ਹਾਈ ਲੈਵਲ ਤੇ ਚਲੀ ਗਈ ਹੈ, ਜਿਹਨੂੰ ਲੱਗਦਾ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਇਹ ਤੋੜਨ ਵਾਲੀ ਬਿਰਤੀ ਕੀ ਹੈ? ਉਹ ਕਹਿੰਦਾ ਅਸੀਂ ਚੰਗੇ, ਬਾਕੀ ਤਾਂ ਚੰਗਾ ਹੀ ਕੋਈ ਨਹੀਂ। ਜਿੰਨੀ ਮੈਨੂੰ ਅਕਲ ਹੈ ਕਿਸੇ ਹੋਰ ਨੂੰ ਹੈਗੀ ਨਹੀਂ, ਹੈ ਹੀ ਨਹੀਂ। ਜਿੱਥੇ ਆਪਣੀ ਅਕਲ ਵਰਤ ਲਈ ਉੱਥੇ ਕਦੀ ਸਿਮਰਨ ਨਹੀਂ ਟਿਕਦਾ। ਦੇਖੋ ਨਾ, ਆਪਾਂ ਗੱਲ ਯਾਦ ਕਰ ਲਈਏ, ਆਪਣੀ ਮੱਤ ਜਿਹੜੀ ਹੈ ਉਹਨੂੰ ਉਜਾਗਰ ਨਹੀਂ ਕਰਨਾ, ਆਪਣੀ ਮੱਤ ਅੱਗੇ ਨਹੀਂ ਰੱਖਣੀ। ਗੁਰੂ ਸਾਹਿਬਾਨ ਨੇ ਸਾਨੂੰ ਇੱਕ ਗੱਲ ਕਹਿਤੀ ਵੀ ਸਿਰ ਢੱਕ ਕੇ ਰੱਖਣਾ। ਸਿੱਖ ਸਿਰ ਢੱਕ ਕੇ ਰੱਖੇ, ਪਾਠ ਕਰਨਾ ਸਿਰ ਢੱਕ ਕੇ, ਸਿਮਰਨ ਕਰਨਾ ਸਿਰ ਢੱਕ ਕੇ, ਗੁਰੂ ਘਰ ਜਾਣਾ ਸਿਰ ਢੱਕ ਕੇ। ਸਿਰ ਕਿਹਨੂੰ ਕਹਿੰਦੇ? ਮੱਤ ਨੂੰ। ਢੱਕਣਾ ਕੀ ਹੈ? ਪਰਦੇ 'ਚ ਰੱਖਣਾ। ਗੁਰੂ ਜੀ ਕਹਿਣ ਲੱਗੇ ਜਦੋਂ ਗੁਰੂ ਨਾਲ ਨਾਤਾ ਜੋੜਨਾ, ਸਿੱਖ ਉਹੀ ਹੈ ਜਿਹੜੇ ਆਪਣੀ ਮੱਤ ਢੱਕ ਕੇ ਰੱਖੇ। ਤੇ ਜੇ ਆਪਣੀ ਮੱਤ ਅੱਗੇ ਰੱਖ ਲਈ, ਕਦੀ ਗੁਰੂ ਦੇ ਬੋਲਾਂ ਦੀ ਸਮਝ ਨਹੀਂ ਆਉਣੀ। ਇਸ ਕਰਕੇ ਗੁਰੂ ਘਰ ਸਿਰ ਢੱਕ ਕੇ ਜਾਂਦੇ ਆਪਾਂ। ਇਸ ਕਰਕੇ ਸਿੱਖ ਨੂੰ ਸਿਰ ਢੱਕਣ ਲਈ ਗੁਰੂ ਜੀ ਨੇ ਪ੍ਰੇਰਿਤ ਕੀਤਾ। ਕਿ ਸਿੱਖ ਕੌਣ ਹੈ? ਸਿੱਖ ਤੇ ਨਾਮ ਬੜਾ ਵਧੀਆ ਜੀ। ਸਿੱਖ ਪਤਾ ਕਿਹਨੂੰ ਕਹਿੰਦੇ? ਸਟੂਡੈਂਟ। ਸਟੂਡੈਂਟ ਕੌਣ? ਜਿਹੜਾ ਸਿੱਖਣ ਜਾਂਦਾ। ਹੁਣ ਸਕੂਲੇ ਗਿਆ ਸਟੂਡੈਂਟ, ਮਾਸਟਰ ਜੀ ਪੜ੍ਹਾਉਣ ਲੱਗੇ, ਸਟੂਡੈਂਟ ਕੋਈ ਗੱਲ, ਇੱਕ ਮੈਨੂੰ ਕੁਛ ਨਹੀਂ ਆਉਂਦਾ, ਮੈਨੂੰ ਕੁਛ ਨਹੀਂ ਆਉਂਦਾ। ਹੁਣ ਜਿਹਨੂੰ ਕੁਛ ਨਹੀਂ ਆਉਂਦਾ ਗੱਲ ਵੀ ਸਹੀ, ਉਹਨੂੰ ਆਉਂਦਾ ਵੀ ਕੁਛ ਨਹੀਂ, ਤਾਂ ਹੀ ਤਾਂ ਸਕੂਲ ਪਾਇਆ ਉਹਨੂੰ। ਜੇ ਆਉਂਦਾ ਤੇ ਸਕੂਲ ਗੱਲ ਹੀ ਭੇਜਣਾ ਸੀ। ਜਿਹਨੂੰ ਆਉਂਦਾ ਹੈ ਉਹ ਸਟੂਡੈਂਟ ਨਹੀਂ ਹੈ, ਤੇ ਜਿਹਨੂੰ ਨਹੀਂ ਆਉਂਦਾ ਉਹ ਸਟੂਡੈਂਟ ਹੈ। ਤੇ ਸਿੱਖ ਕਿਹਨੂੰ ਕਹਿੰਦੇ? ਸਟੂਡੈਂਟ ਨੂੰ। ਗੁਰੂ ਜੀ ਕਹਿਣ ਲੱਗੇ ਸਿੱਖ ਮੈਂ ਤੇਰਾ ਤਾਂ ਨਾਂ ਰੱਖਿਆ ਕਿ ਸਾਰੀ ਉਮਰ ਤੇਰੇ ਅੰਦਰ ਇੱਕ ਚੀਜ਼ ਰਵੇ, ਮੈਨੂੰ ਕੁਛ ਵੀ ਨਹੀਂ ਆਉਂਦਾ, ਮੈਨੂੰ ਕੁਛ ਵੀ ਨਹੀਂ ਆਉਂਦਾ। ਪਰ ਪੰਗਾ ਤੇ ਹੈ, ਅੱਜ ਦਾ ਸਿੱਖ ਕਹਿੰਦਾ ਮੈਨੂੰ ਸਭ ਕੁਛ ਹੀ ਆਉਂਦਾ। ਜਿਹਨੂੰ ਕੁਛ ਵੀ ਨਹੀਂ ਆਉਂਦਾ ਉਹ ਸਿੱਖ ਆ, ਤੇ ਜਿਹਨੂੰ ਕੁਝ ਆਉਂਦਾ ਆ, ਪਰ ਧਿਆਨ ਦਿਓ, ਉਹ ਇਹ ਗੱਲ ਕਹਿੰਦਾ ਮੈਨੂੰ ਕੁਛ ਵੀ ਨਹੀਂ ਆਉਂਦਾ, ਉਹ ਗੁਰਮੁਖ ਹੈ। ਸਿੱਖੀ ਆ ਲਫ਼ਜ਼ ਹੀ ਇੱਥੋਂ ਪੈਦਾ ਹੋਇਆ ਕਿ ਗੁਰੂ ਸਾਹਿਬਾਨ ਨੇ ਕਿਹਾ ਦਾ ਨਾਂ ਸਿੱਖ ਰੱਖ ਦਿਓ। ਠੀਕ ਹੈ, ਕਿਉਂ? ਤੇ ਵਕਤ ਆਊਗਾ, ਇਹ ਕਹੂਗਾ ਮੈਨੂੰ ਕੁਛ ਵੀ ਨਹੀਂ ਆਉਂਦਾ। ਵਿਚਾਰ ਕਰਨਾ, ਇੱਕ ਭਿਕਸ਼ੂ ਸੰਪਰਦਾ ਹੋਈ ਹੈ। ਜਿੱਦਾਂ ਸਿੱਖ ਧਰਮ ਦੇ ਅੰਦਰ ਸਿੱਖ ਕਹਿੰਦੇ ਆਪਾਂ ਵੀ ਇਹ ਸਿੱਖ ਆਏ, ਕੌਣ ਬੈਠੇ? ਸਿੱਖ ਬੈਠੇ। ਭਿਕਸ਼ੂ ਜਿਹੜੀ ਸੰਪਰਦਾ, ਉਹਨਾਂ ਦੇ ਗੁਰੂ ਨੇ ਕੀ ਸਿਖਾਇਆ ਕਿ ਜਿਹੜੇ ਉਹਨਾਂ ਦੇ ਚੇਲੇ ਸਨ ਨਾ, ਉਹ ਕਹਿਣ ਲੱਗੇ ਕਿ ਤੁਸੀਂ ਇਹੀ ਕਹਿਣਾ ਸੀ ਭਿਕਸ਼ੂ ਹਾਂ, ਅਸੀਂ ਭਿੱਖਿਆ ਮੰਗਣੀ ਹੈ। ਭਿਕਸ਼ੂ ਦਾ ਮਤਲਬ ਕੀ? ਭਿੱਖਿਆ ਮੰਗਣੀ ਹੈ। ਤੁਸੀਂ ਜਦੋਂ ਗੁਰੂ ਕੋਲੋਂ ਕੁਝ ਜਾਣਾ, ਜਦੋਂ ਵੀ ਗੁਰੂ ਕੋਲ ਅਸੀਂ ਭਿਕਸ਼ੂ, ਅਸੀਂ ਭਿੱਖਿਆ ਲੈਣ ਆਏ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਿੱਖਿਆ ਲੈਣ ਆਏ ਹਾਂ, ਇਹ ਨਾਂ ਛੋਟਾ ਹੈ। ਮਨਹੀਨ ਭਾਵਨਾ ਚ ਆ ਜਾਂਦਾ ਵੀ ਮੈਂ ਮੰਗਦਾ ਹਾਂ, ਮੈਂ ਮੰਗਣ ਆਇਆ ਕੁਛ। ਤੇ ਗੁਰੂ ਸਾਹਿਬਾਨ ਨੇ ਨਾ ਜਿਹੜਾ ਗੁਰੂ ਦੇ ਦਰ ਤੇ ਆਉਣ ਲੱਗੇ, ਉਹਨਾਂ ਦਾ ਨਾਂ ਤਬਦੀਲ ਕਰਤਾ। ਕਹਿੰਦੇ ਭਿਕਸ਼ੂ ਨਹੀਂ, ਇਹਨਾਂ ਦਾ ਨਾਂ ਸਿੱਖ ਹੋਊਗਾ। ਸਿੱਖ ਹੋਊਗਾ। ਪੁੱਛਿਆ ਕਿਹੜੀ ਗੱਲੋਂ?
ਕਹਿੰਦੇ ਉਹ ਕਹਿੰਦੇ ਸੀ ਭਿੱਖਿਆ ਲੈਣ ਆਏ ਆ ਤੇ ਤੁਸੀਂ ਕਹਿਣਾ ਅਸੀਂ ਕੁਝ ਸਿੱਖਣ ਆਏ, ਤੁਸੀਂ ਕਹਿਣਾ ਅਸੀਂ ਸਿੱਖ ਆ, ਤੇ ਤਾਂ ਨਾ ਸਿੱਖ ਰੱਖਿਆ ਗਿਆ। ਪਰ ਕਰੋਗੇ ਕੀ? ਸਿੱਖ ਵੀ ਬੜੀ ਨਿਮਰਤਾ, ਭਿਕਸ਼ੂ ਵੀ ਬੜੀ ਨਿਮਰਤਾ ਹੈ। ਭਿਖਾਰੀਆਂ ਦੀ ਬੜੀ ਨਿਮਰਤਾ ਹੁੰਦੀ ਹੈ ਕਿ ਮੈਂ ਤਾਂ ਮੰਗਣ ਆਇਆ ਕੁਝ, ਤੇ ਗੁਰੂ ਸਾਹਿਬ ਨੇ ਕਹਿੰਦੇ ਸਿੱਖ 'ਚ ਵੀ ਬੜੀ ਨਿਮਰਤਾ, ਮੈਂ ਤਾਂ ਸਿੱਖਣ ਆਇਆ ਕੁਝ। ਤੇ ਸਿੱਖਦਾ ਕੌਣ ਹੈ? ਜਿਹਨੂੰ ਕੁਝ ਨਹੀਂ ਆਉਂਦਾ। ਤੇ ਜਿਹਨੂੰ ਕੁਝ ਆਉਂਦਾ ਉਹ ਕਦੇ ਸਿੱਖਦਾ? ਕਹਿੰਦੇ ਸਿੱਖ ਮੇਰਾ ਉਹ ਜਿਹੜਾ ਮਨ 'ਚ ਧਾਰ ਕੇ ਆਵੇ ਮੈਨੂੰ ਕੁਝ ਵੀ ਨਹੀਂ ਆਉਂਦਾ, ਕਹਿੰਦੇ ਉਹਨੇ ਗੁਰੂ ਕੋ ਦਾਤ ਲੈ ਲੈਣੀ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਤੇਰੇ 3 ਗੁਣਾ ਸੰਸਾਰ ਸਮਾਵੇ। ਕਹਿੰਦੇ ਤੇਰੇ ਤੇਰੇ ਗਿਆਨ ਅੰਦਰ ਹੈ ਨਾ, ਇਹ 3 ਗੁਣੀ ਮਾਇਆ ਦੇ ਵਿੱਚ ਹੀ ਸਮਾਏ। ਤੂੰ ਜਦੋਂ ਮੇਰੇ ਕੋਲ ਆਉਣਾ, ਤੂੰ ਤੇ ਆਉਣਾ ਸਿੱਖਣ ਵਾਸਤੇ, ਪਰ ਤੇਰੇ ਗਿਆਨ ਇੰਦਰੇ ਸੰਸਾਰ 'ਚ ਸਮਾਏ ਸੀ ਤੇ ਤੂੰ ਝੂਠੀਆਂ ਦਾਤਾਂ ਹੀ ਮੰਗਦਾ ਰਹਿ ਗਿਆ। ਇਸ ਕਰਕੇ ਤੇਰੇ ਕੋਲ ਸਿੱਖਿਆ ਲਈ ਨਹੀਂ ਗਈ। ਫਿਰ ਕੀ ਕਹਿਣ ਲੱਗੇ? ਕਹਿੰਦੇ ਅਲੱਖ ਨ ਲੱਖਣਾ ਜਾਈ ਰੇ। ਅਲੱਖ ਪਰਮਾਤਮਾ ਅੱਗੇ ਜਿਹੜਾ ਲੱਗਿਆ ਜਿਹੜਾ ਲੱਖਣ ਤੋਂ ਬਾਹਰ ਆ, ਧਿਆਨ ਕਰਨ ਤੋਂ ਬਾਅਦ ਆ। ਨਾ ਲੱਖਣਾ ਜਾਈ ਰੇ, ਕਹਿੰਦੇ ਉਹ ਕਦੀ ਧਿਆਨ ਕਰ ਮਨਾ। ਸਿੱਖ ਕੀ ਸਿੱਖ? ਕਹਿੰਦੇ ਉਹਦੀ ਸਿੱਖਿਆ ਲੈ ਜਿਹੜਾ ਕਿਸੇ ਦੇ ਕੋਈ ਬਿਆਨ ਨਹੀਂ ਹੋ ਸਕਦਾ। ਤੈਨੂੰ ਉਹਦੀ ਸਿੱਖਿਆ ਦੇਣੀ ਹੈ, ਹੋਰ ਨਹੀਂ ਕਿਸੇ ਚੀਜ਼ ਦੀ ਸਿੱਖਿਆ ਦੇਣੀ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਪਰ ਤੇਰਾ ਕਸੂਰ ਕੋਈ ਨਹੀਂ ਮਨਾ, ਤੇਰਾ ਕਸੂਰ ਕੋਈ ਨਹੀਂ। ਕਹਿੰਦਾ ਜੀ ਕਿਉਂ? ਕਹਿਣ ਲੱਗੇ ਸ਼ੱਕਰ ਖੰਡ ਮਾਇਆ ਤਨ ਮਿੱਠੀ, ਹਮ ਤੋ ਪੰਡ ਉਚਾਈ ਰੇ। ਕਹਿੰਦੇ ਹੇ ਮਨਾ, ਇਹਦੀ ਮਾਇਆ ਨਾ ਮਾਇਆ, ਤੂੰ ਤਾਂ ਇਹਨੂੰ ਸ਼ੱਕਰ ਨਾਲੋਂ ਵੀ ਮਿੱਠੀ ਸਮਝਦਾ, ਫਿਰ ਤਾਂ ਬੜੀ ਮਿੱਠੀ ਹੈ, ਬੜੀ ਮਿੱਠੀ। ਔਰ ਇਹਦੀ ਮਿਠਾਸ ਨੂੰ ਤੂੰ ਕੀ ਕੀਤਾ ਹੈ? ਹਮ ਤੋਂ ਪੰਡ ਉਚਾਈ ਰੇ, ਉਚਾਈ ਦਾ ਭਾਵ ਚੁੱਕੀ ਹੋਈ ਹੈ। ਕਹਿੰਦੇ ਤੂੰ ਤੇ ਆਪਣੇ ਸਿਰ ਤੇ ਇਹਦੀ ਪੰਡ ਚੁੱਕੀ ਹੋਈ ਹੈ। ਸਿਰ ਕੀ ਹੈ? ਮੱਤ। ਗੁਰੂ ਜੀ ਕਹਿਣ ਲੱਗੇ ਤੇਰੀ ਮੱਤ ਦੇ ਉੱਤੇ ਤਾਂ ਇਸ ਮਾਇਆ ਦਾ ਹੀ ਪ੍ਰਭਾਵ ਆ। ਤੇਰੀ ਮੱਤ ਦੇ ਸਿਰ ਤੇ ਪੰਡ ਚੁੱਕੀ ਦਾ ਮਤਲਬ ਕਿ ਤੇਰੀ ਮੱਤ ਤੇ ਮਾਇਆ ਦਾ ਹੀ ਪ੍ਰਭਾਵ ਆ। ਤੂੰ ਜਦੋਂ ਗੁਰੂ ਚਰਨ ਜਾਣਾ ਹੈ ਤੇ ਤੂੰ ਉਸ ਜੋ ਬਿਆਨ ਕਰਨ ਤੋਂ ਬਾਹਰ ਆ ਉਹਦੀ ਸਿੱਖਿਆ ਨਹੀਂ ਲੈਂਦਾ। ਤੂੰ ਤੇ ਗੁਰੂ ਚਰਨਾਂ 'ਚ ਬੈਠਾ ਵੀ ਮਾਇਆ ਦੀ ਪੰਡ ਚੁੱਕੀ, ਆਪਣੀ ਮੱਤ ਵਿੱਚ ਭਾਰ ਪਾਇਆ। ਤੂੰ ਤੇ ਗੁਰੂ ਚਰਨਾਂ 'ਚੋਂ ਝੂਠੀਆਂ ਦਾਤਾਂ ਬਾਰੇ ਲੱਭਦਾ ਫਿਰਦਾ, ਕੁਝ ਲੱਭ ਜਾਏ। ਸੰਸਾਰੀ ਬੰਦਾ ਨਾ ਸਤਿਗੁਰੂ ਜਾਏਗਾ, ਸਾਧੂ ਕੋਲ ਜਾਏਗਾ, ਤੇ ਮਨ ਬਿਰਤੀ ਇੱਥੇ ਹੀ ਟਿਕੀ ਹੈ। ਧਿਆਨ ਦੇਣਾ, ਕੋਈ ਗੁਰਸਿੱਖ ਪਿਆਰਾ ਕਿਸੇ ਮਹਾਂਪੁਰਖਾਂ ਕੋਲ ਜਾਇਆ ਕਰਦਾ ਸੀ, ਬੜੇ ਪਿਆਰ ਦੇ ਨਾਲ ਉਹਨਾਂ ਨਾਲ ਜੁੜ ਗਿਆ, ਅੰਦਰੋਂ ਮਨ ਬਿਰਤੀ ਉਜਾਗਰਤ ਹੋਣ ਲੱਗ ਪਈ। ਉਜਾਗਰਤ ਹੋਣ ਲੱਗ ਪਈ ਤੇ ਕੋਈ ਦਿਨ ਮਨ 'ਚ ਚਾਅ ਚੜਿਆ ਵੀ ਯਾਰ ਮੈਨੂੰ ਇੰਨਾ ਕੁਝ ਲੱਭਾ ਇੱਥੋਂ, ਕਿਉਂ ਨਾ ਹੋਏ ਕਿਸੇ ਹੋਰ ਸੱਜਣ ਨੂੰ ਵੀ। ਮਨ 'ਚ ਵਿਚਾਰ ਤੇ ਆਉਂਦਾ ਹੀ ਹੈ ਸਾਰਿਆਂ ਦੇ ਵੀ ਕਿਸੇ ਹੋਰ ਨੂੰ ਵੀ ਜੋੜੀਏ, ਕਿਸੇ ਹੋਰ ਨੂੰ ਵੀ ਲੈ ਕੇ ਚੱਲੀਏ। ਤੇ ਉਹਨੂੰ ਕਹਿੰਦਾ ਵੀ ਸਾਡੇ ਨਾਲ ਚੱਲ ਮਹਾਂਪੁਰਖਾਂ ਦੇ ਕੋਲ। ਉਹ ਬੰਦਾ ਕਹਿੰਦਾ ਵੀ ਏਦਾਂ ਵੀ ਮੈਂ ਜਾਣ ਨੂੰ ਤਿਆਰ ਹਾਂ, ਜੇ ਤੇਰੇ ਮਹਾਂਪੁਰਖ ਮੇਰਾ ਫਲਾਣਾ ਕੰਮ ਕਰ ਦੇਣ ਤੇ ਮੈਂ ਮੰਨ ਜਾਵਾਂ ਮਹਾਂਪੁਰਖ, ਫਿਰ ਮੈਂ ਤੇਰੇ ਨਾਲ ਜਾਊਂਗਾ। ਉਹ ਅੱਗੋਂ ਬੜੇ ਪਿਆਰ ਨਾਲ ਕਹਿੰਦਾ ਤੇਰੀ ਲੋੜ ਹੀ ਨਹੀਂ ਉੱਥੇ। ਬੋਲਾ ਕਿਉਂ? ਹੁਣ ਘਬਰ ਗਿਆ? ਤੇਰੇ ਮਹਾਂਪੁਰਖੋਂ ਕੰਮ ਨਹੀਂ ਉਸਦਾ ਹੈ? ਉਹ ਕਹਿਣ ਲੱਗਾ ਏਦਾਂ ਹਾਂ, ਤੇਰੀ ਮਨ ਬਿਰਤੀ ਅਜੇ ਉੱਥੇ ਹੀ ਹੈ। ਮਾਇਆ ਧਾਰੀ ਅਤੇ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਕਹਿੰਦੇ ਵੀ ਤੇਰੇ ਅੰਦਰ ਮਾਇਆ ਦੀ ਧਾਰਨਾ, ਤੇਰੇ ਕੋਲ ਉੱਥੇ ਜਾ ਕੇ ਸ਼ਬਦ ਦੀ ਗੱਲ ਨਹੀਂ ਸੁਣੀ ਜਾਣੀ, ਇਸ ਕਰਕੇ ਤੂੰ ਰਹੇ ਇੱਥੇ ਹੀ, ਤੇਰਾ ਨਾਤਾ ਨਹੀਂ ਜੁੜਨਾ। ਮੈਂ ਤੇ ਕਿਹਾ ਸੀ ਤੈਨੂੰ ਲੈ ਕੇ ਜਾਣਾ, ਗੱਲ ਉੱਥੇ ਹੀ ਹੈ। ਉਹ ਉਹਨੂੰ ਕਹਿੰਦਾ ਯਾਰ ਤੈਨੂੰ ਇੰਨਾ ਚਿਰ ਹੋ ਗਿਆ ਜਾਂਦਿਆਂ ਨੂੰ, ਤੇਰੇ ਘਰ ਗਰੀਬੀ ਉੱਦਾਂ ਹੀ ਅਜੇ ਤੱਕ। ਗੁਰੂ ਪਿਆਰਿਓ, ਸੰਸਾਰੀ ਅਮੀਰੀਆਂ ਨਹੀਂ, ਮਨ ਦੀਆਂ ਅਮੀਰੀਆਂ ਮਿਲਦੀਆਂ ਗੁਰੂ ਦੇ ਦਰ ਤੋਂ। ਸੰਸਾਰੀ ਅਮੀਰੀਆਂ ਨਹੀਂ, ਮਨ ਦੀਆਂ ਅਮੀਰੀਆਂ। ਮਨ ਅਮੀਰ ਹੋ ਜਾਂਦਾ ਹੈ। ਧਿਆਨ ਦਿਓ, ਧਨ ਦੌਲਤ ਕਦੀ ਬੰਦੇ ਨੂੰ ਅਮੀਰ ਨਹੀਂ ਕਰ ਸਕਦੀ। ਗੁਰੂ ਦਾ ਸ਼ਬਦ ਜਿਹੜਾ ਮਨ ਬਿਰਤੀ ਅਮੀਰ ਹੋ ਜਾਂਦੀ ਹੈ। ਕੋਲ ਧਨ ਬਹੁਤ ਆ ਪਰ ਦੇਣਾ ਔਖਾ ਹੈ, ਪਰ ਕਿਤੇ ਅੰਦਰ ਨਾਮ ਦੀ ਬਿਰਤੀ ਟਿਕ ਜਾਏ, ਸ਼ਬਦ ਟਿਕ ਜਾਵੇ, ਤੇ ਭਾਵੇਂ ਗਰੀਬ ਵੀ ਹੋਵੇ ਪੱਲਿਓਂ ਦੇਣਾ ਕੁਝ ਸੌਖਾ ਹੋ ਜਾਂਦਾ ਹੈ। ਆਪਾਂ ਉਦੋਂ ਪੰਕਤੀ ਪੜ੍ਹੀ ਸੀ, ਅੰਨ ਹੁੰਦੇ
ਆਪ ਵੰਡਾਏ। ਹੈ ਕੁਝ ਵੀ ਨਹੀਂ ਤੇ ਵੰਡਦਾ ਫਿਰਦਾ ਹੈ। ਕੌਣ? ਜਿਹਦੇ ਅੰਦਰ ਸ਼ਬਦ ਟਿਕਿਆ, ਜਿਹਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਇਆ ਹੈ। ਉਹ ਦੇਖੋ ਅਮੀਰੀ ਹੈ, ਅਮੀਰੀ ਹੈ। ਸਿਰਫ ਵਿਚਾਰ ਕਰਕੇ ਦੇਖਣਾ, ਅਸੀਂ ਵਿਚਾਰ ਨਹੀਂ ਕਰਦੇ, ਸਾਨੂੰ ਲੋੜ ਨਹੀਂ ਪੈਂਦੀ। ਠੀਕ ਹੈ। ਸਾਡੀ ਆਤਮਿਕ ਬਿਰਤੀ ਕਿੱਦਾਂ ਦੀ ਹੈ? ਅਸੀਂ ਸੰਸਾਰੀ ਗੱਲਾਂ ਤੱਕ ਸੀਮਤ ਹਾਂ ਵੀ ਜੇ ਕੋਈ ਸੰਸਾਰੀ ਕੰਮ ਬਣ ਗਿਆ ਤਾਂ ਸਮਝ ਲਓ ਉਹ ਸਾਧੂ ਵੱਡਾ ਹੈ। ਗੁਰੂ ਪਿਆਰਿਓ, ਰੱਬ ਦੀ ਗੱਲ ਸੁਣਾ ਦੇਵੇ, ਰੱਬ ਦੀ ਗੱਲ ਸੁਣਾ ਦੇਵੇ, ਇਸ ਮਨ ਨੂੰ ਧੋਣ ਦੀ ਜੁਗਤੀ ਦੱਸ ਦੇਵੇ, ਇਹਦੇ ਨੂੰ ਵਡਿਆਈ ਕਿਹੜੀ ਹੋ ਸਕਦੀ ਹੈ? ਠੀਕ ਹੈ, ਧਿਆਨ ਦਿਓ। ਇਹ ਜਿਹੜੀ ਮਨ ਬਿਰਤੀ ਆ ਤੇ ਜਨਮਾਂ ਜਨਮਾਂ ਦੀ ਕਾਲੀ ਹੋਈ ਪਈ ਹੈ। ਜਨਮ ਜਨਮ ਕਿਸ ਮਨ ਕੋ ਮਲ ਲੱਗੀ, ਕਾਲਾ ਹੋਵਾ ਸਿਆ। ਉਹਦੇ ਜਨਮਾਂ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੈ, ਕਾਲਾ ਸਿਆ ਹੋਇਆ ਪਿਆ। ਠੀਕ ਹੈ, ਇਹਨੂੰ ਧੋਣਾ ਕਿਹਦੇ ਨਾਲ ਆ? ਮਨ ਧੋਵੋ, ਸ਼ਬਦ ਲਾਗੋ, ਹਾਸਿਓ ਰਹੋ, ਚਿੱਤ ਲਾਏ। ਧਿਆਨ ਦਿਓ, ਕਹਿੰਦੇ ਮਨ ਧੋਵੋ, ਕਹਿੰਦੇ ਮਨ ਨੂੰ ਧੋ ਲਓ। ਪੁੱਛਿਆ ਕਿੱਦਾਂ? ਕਹਿੰਦੇ ਸ਼ਬਦ ਲਾਗੋ, ਸ਼ਬਦ ਨਾਲ ਜੁੜ ਜਾਓ। ਪਰ ਧਿਆਨ ਦੇਣਾ, ਜੇ ਮਨ ਧੋਣਾ ਹੀ, ਸ਼ਬਦ ਨਾਲ ਲੱਗਣਾ ਹੀ, ਪਰ ਇੱਕ ਕੰਮ ਹੋਰ ਕਰਨਾ ਪੈਣਾ ਹੀ। ਕਹਿੰਦਾ ਜੀ ਉਹ ਕਿਹੜਾ? ਉਹ ਕਿਹੜਾ? ਕਹਿੰਦੇ ਮਨ ਧੋਵੋ, ਸ਼ਬਦ ਲਾਗੋ, ਹਾਸਿਓ ਰਹੋ, ਚਿੱਤ ਲਾਏ। ਕਹਿੰਦੇ ਜਿਹੜੀ ਤੇਰੀ ਆਤਮਿਕ ਬਿਰਤੀ ਆ ਪਰਮਾਤਮਾ ਵਾਲੇ ਪਾਸੇ ਹੋਵੇ ਤਾਂ ਸ਼ਬਦ ਨਾਲ ਧੋਪਣਾ ਹੀ। ਤੂੰ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਿੰਨਾ ਮਰਜ਼ੀ ਕਰ ਲਈ, ਜੇ ਬਿਰਤੀ ਸੰਸਾਰ 'ਚ ਹੋ ਗਈ ਫਿਰ ਨਹੀਂ ਧੋਪਣਾ। ਤੇ ਹੁੰਦਾ ਏਦਾਂ ਹੀ ਹੈ। ਆਪਾਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਬਹੁਤ ਹੈ, ਪਰ ਸਾਡੀ ਅੰਦਰ ਦੀ ਖਿੱਚ ਸੰਸਾਰੀ ਹੁੰਦੀ ਹੈ। ਤੇ ਗੁਰੂ ਸਾਹਿਬਾਨ ਇੱਥੇ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦਾ ਸਭ ਕਰਦੇ ਫਿਰਦੇ ਰਾਮ ਰਾਮ ਰਾਮ, ਰਾਮ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ ਸਾਡੇ ਅੰਦਰ ਜਿਹੜੀ ਹੈ ਨਾ, ਹਰਸੋ ਰਹੋ ਚਿੱਤ ਲਾਏ ਵਾਲੀ ਬਿਰਤੀ ਨਹੀਂ ਹੈ। ਸਾਡੀ ਅੰਦਰ ਦੀ ਖਿੱਚ ਪਰਮਾਤਮਾ ਵਾਲੇ ਪਾਸੇ ਨਹੀਂ ਸੀ, ਸਾਡੀ ਅੰਦਰ ਦੀ ਖਿੱਚ ਸੰਸਾਰ ਵਾਲੇ ਪਾਸੇ ਸੀ। ਉਹ ਸੰਸਾਰੀ ਹੋਣ ਕਰਕੇ ਸੰਸਾਰ ਦੇ ਦਾਤਾਂ ਮਿਲੀ ਗਈਆਂ, ਸੰਸਾਰੀ ਅਮੀਰੀ ਮਿਲੀ ਗਈ। ਠੀਕ, ਕੱਲ ਕਿਤੇ ਗਏ ਅਸੀਂ, ਉਹ ਦੱਸਣ ਲੱਗੇ, ਕਹਿੰਦੇ ਬਾਬਾ ਜੀ ਅਸੀਂ ਪੁਰਾਣੇ ਮਹਾਂਪੁਰਖਾਂ ਦੀ ਬੜੀ ਸੇਵਾ ਕੀਤੀ, ਬੜੀ ਸੇਵਾ ਕੀਤੀ, ਪਤਾ ਨਹੀਂ ਕਿੰਨੇ ਸਾਲ ਅਸੀਂ ਉਹਨਾਂ ਦੀ ਸੇਵਾ ਕੀਤੀ। ਫਿਰ ਕਹਿੰਦੇ ਸੱਚ ਮੰਨਿਓ, ਅੱਜ ਜੋ ਕੁਝ ਤੁਸੀਂ ਵੇਖਣ ਦੇ, ਅੱਜ ਅਸੀਂ ਫੈਕਟਰੀਆਂ ਦੇ ਮਾਲਕ ਹੈ ਨਾ, ਇਹ ਸਾਰਾ ਕੁਝ ਉਹਨਾਂ ਦੀ ਦੇਣ ਹੈ, ਉਹਨਾਂ ਦੀ ਬਖਸ਼ਿਸ਼ ਹੈ। ਬੜੀ ਸੇਵਾ ਕੀਤੀ ਹੈ, ਸੇਵਾ ਦਾ ਫਲ ਸਾਨੂੰ ਮਿਲ ਗਿਆ। ਬੜੀ ਅਮੀਰੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ। ਸੁਣਦੇ ਰਹੇ ਇਹ ਖਾਲਸਾ, ਬੜੀ ਸੇਵਾ ਕੀਤੀ, ਬੜੀ ਸੇਵਾ ਕੀਤੀ, ਤੇ ਅੱਜ ਤੁਹਾਨੂੰ ਦਾਤਾਂ ਮਿਲ ਗਈਆਂ, ਅੱਜ ਤੁਹਾਡੇ ਕਾਰਖਾਨੇ ਫੈਕਟਰੀਆਂ ਚੱਲਣ ਡੀਆਂ। ਕਹਿੰਦੇ ਹਾਂਜੀ ਖਾਲਸਾ ਜੀ, ਸੰਸਾਰੀ ਅਮੀਰੀ ਲਈ ਜੇ, ਕਿਤੇ ਸੇਵਾ ਕਰਦੀ ਕੀਤੀ ਹੁੰਦੀ, ਉਹਨਾਂ ਦੇ ਮਾਰਗ ਦੇ ਚੱਲੇ ਹੁੰਦੇ, ਸ਼ਾਇਦ ਅੱਜ ਅੰਦਰ ਦੀ ਅਮੀਰੀ ਵੀ ਹੁੰਦੀ ਹੈਗੀ। ਕਹਿੰਦੇ ਬਾਬਾ ਜੀ ਇੱਧਰੋਂ ਤੇ ਘਾਟਾ ਖਾ ਗਏ, ਇੱਧਰੋਂ ਤਾਂ ਕੁਝ ਨਹੀਂ ਮਿਲਿਆ, ਉੱਥੇ ਤੇ ਉੱਥੇ ਹੀ ਖੜੇ ਆ। ਕਿਹੜੀ ਗੱਲੋਂ? ਕਿਉਂਕਿ ਮਨ ਬਿਰਤੀ ਜਦੋਂ ਸੇਵਾ ਕਰਦੀ ਸੀ ਮਹਾਂਪੁਰਖਾਂ ਦੀ, ਉਹ ਹਰਸੋ ਰਹੋ ਚਿੱਤ ਲਾਏ ਵਾਲੀ ਨਹੀਂ ਸੀਗੀ। ਉਹ ਬਿਰਤੀ ਸੰਸਾਰ ਨਾਲ ਜੁੜੀ ਸੀ, ਸੰਸਾਰੀ ਦਾਤ ਮਿਲ ਗਈ, ਨਿਰੰਕਾਰੀ ਦਾਤ ਨਹੀਂ ਮਿਲੀ। ਉਹ ਸੰਸਾਰ ਦੀ ਚੀਜ਼ ਲੈ ਕੇ ਲੋਕਾਂ ਨੂੰ ਦੱਸਦੇ ਫਿਰਦੇ ਆ ਵੀ ਬੜੀ ਕਿਰਪਾ ਕਰਕੇ, ਕੋਈ ਸ਼ੱਕ ਨਹੀਂ ਕਰਕੇ, ਪਰ ਜਿਹੜੀ ਦਾਤ ਲੈਣੀ ਸੀ ਤੁਸੀਂ ਉਹ ਲਈ ਨਹੀਂ, ਕਿਉਂਕਿ ਤੁਹਾਡੀ ਮੰਗ ਹੀ ਨਹੀਂ ਸੀ, ਤੁਹਾਡੀ ਮੰਗ ਹੀ ਨਹੀਂ ਸੀ, ਹੈ ਨਾ। ਹੁਣ ਜਿੱਦਾਂ ਦੀ ਤੁਹਾਡੇ ਅੰਦਰ ਮੰਗਿਆ, ਹੁਣ ਕਿਸੇ ਵੇਲੇ ਕੋਈ ਇਨਸਾਨ ਕਹਿ ਦਿੰਦਾ, ਕਹਿੰਦਾ ਭੂਆ ਨੂੰ ਮਿਲਿਆ ਬੜੇ ਦਿਨ ਹੋ ਗਏ, ਹਫ਼ਤਾ 10 ਦਿਨ ਲਗਾਤਾਰ ਭੂਆ ਜੀ ਨੂੰ ਮਿਲਿਆ ਬੜੇ ਦਿਨ ਹੋ ਗਏ, ਭੂਆ ਜੀ ਨੂੰ ਮਿਲਿਆ ਬੜੇ ਦਿਨ। ਕਿਤੇ ਬਹਿੰਦਾ, ਭੂਆ ਜੀ ਮੇਰੇ ਬੜੇ ਚੰਗੇ, ਬਹੁਤ ਪਿਆਰ ਕਰਦੇ ਮੈਨੂੰ। ਫਿਰ ਹੁਣ ਕਹਿੰਦੇ ਕੁਛ ਨਹੀਂ, ਬੜੀ ਦੂਰ ਰਹਿੰਦੇ ਨੇ, ਕੋਈ ਫੋਨ ਫਾਨ ਵੀ ਨਹੀਂ ਜਾਂਦਾ, ਮੈਂ ਕੋਈ ਨੰਬਰ ਵੀ ਹੈ ਨਹੀਂ, ਘਰ ਦਾ ਵੀ ਨਹੀਂ ਪਤਾ ਕਿੱਥੇ। ਹਫ਼ਤਾ ਕੁ ਲੱਗਿਆ, ਭੂਆ ਜੀ ਆ ਗਏ। ਭੂਆ ਜੀ ਜਿਸ ਵੇਲੇ ਆਏ ਤੇ ਭੂਆ ਜੀ ਕਹਿੰਦੇ ਪੁੱਤਰਾ ਵੀ ਮੇਰੇ 'ਚ ਇੰਨੀ ਖਿੱਚ ਪੈਣ ਦੀ ਸੀ ਹਫ਼ਤੇ ਤੋਂ, ਵੀ ਮੇਰਾ ਦਿਲ ਕਰੇ ਮੈਂ ਤੈਨੂੰ ਕਿਹੜੇ ਵੇਲੇ ਮਿਲਣਾ। ਕਹਿੰਦਾ ਭੂਆ ਜੀ ਮੇਰਾ ਵੀ ਇਹੀ ਹਾਲ ਸੀ,
ਮੇਰੇ ਕੋਲ ਨੰਬਰ ਕੋਈ ਨਹੀਂ ਸੀ ਤੁਹਾਡਾ, ਘਰ ਦਾ ਪਤਾ ਨਹੀਂ ਸੀ ਮੈਨੂੰ, ਸਿਰਫ ਸ਼ਹਿਰ ਦਾ ਪਤਾ ਸੀ। ਤੇ ਮੈਂ ਕਿਹਾ ਐਡਾ ਵੱਡਾ ਸ਼ਹਿਰ ਮੈਂ ਲੱਭਣੇ ਕਿੱਥੋਂ? ਤੇ ਬੜੇ ਸਾਲ ਹੋ ਗਏ ਸੀ ਆਪਾਂ ਨੂੰ ਮਿਲਿਆ, ਯਾਦ ਬੜੀ ਆ ਰਹੀ ਸੀ। ਕਹਿੰਦੀ ਪੁੱਤ ਮੈਨੂੰ ਵੀ ਬੜੀ ਖਿੱਚ ਪੈਣ ਡਈ ਸੀ। ਆ ਗਈ ਭੂਆ। ਜਦੋਂ ਭੂਆ ਨੇ ਮਿਲਿਆ ਨਾ, ਫਿਰ ਅੱਧੇ ਘੰਟੇ ਬਾਅਦ ਕਹਿੰਦਾ ਵਾਹ ਪਰਮਾਤਮਾ ਜੀ, ਹਫ਼ਤਾ ਭੂਆ ਨੂੰ ਯਾਦ ਕੀਤਾ, ਭੂਆ ਮਿਲ ਗਈ ਕਿੱਥੇ, ਅਜੇ ਵੀ ਦਾਂ ਨਹੀਂ ਵਧਿਆ। ਕਹਿੰਦਾ ਜੇ ਕਿ ਤੂੰ ਕੋਈ ਸੰਸਾਰੀ ਚੀਜ਼ ਮੰਗ ਲੈਂਦਾ ਖਰੇ ਤੂੰ ਮੈਨੂੰ ਉਹੀ ਦੇ ਦੇਣੀ ਸੀ, ਅਜੇ ਵੀ ਗਾਂ ਨਹੀਂ ਵਧਿਆ। ਤੇ ਘਰ ਦੀ ਕਹਿੰਦੀ ਗੱਲ ਸੁਣੋ, ਤੁਹਾਡਾ ਇੰਨਾ ਪਿਆਰ ਸੀ ਭੂਆ ਦੇ ਨਾਲ, ਭੂਆ ਆ ਗਈ, ਜੇ ਕਿਤੇ ਰੱਬ ਯਾਦ ਕਰਦੇ ਸ਼ਾਇਦ ਉਹ ਵੀ ਆ ਜਾਂਦਾ। ਉਹ ਲਾਸਟ 'ਚ ਕਹਿੰਦਾ ਗੱਲ ਤੇ ਤੇਰੀ ਸਹੀ ਹੈ। ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੋ ਆਪਾਂ ਇਹੋ ਜਿਹੇ ਘਟਨਾ ਰੋਜ਼ ਵੇਖਦੇ ਹਾਂ, ਜੇ ਸੰਸਾਰੀ ਬੰਦੇ ਨੂੰ ਮਨ ਦੀ ਖਿੱਚ ਨਾਲ ਯਾਦ ਕਰੀਏ ਤੇ ਮਿਲ ਜਾਂਦਾ, ਉਹ ਜੇ ਅੰਦਰ ਦੀ ਖਿੱਚ ਨਾਲ ਰੱਬ ਨੂੰ ਯਾਦ ਕਰੀਏ ਤੇ ਨਹੀਂ ਮਿਲਦਾ। ਫਿਰ ਗੁਰੂ ਸਾਹਿਬਾਨ ਦੀ ਗੱਲ ਹੀ ਬੜੀ ਵਧੀਆ ਕਹੀ, ਕਹਿੰਦਾ ਵੀ ਬਹੁਤੀ ਕੋਈ ਲੰਬੀ ਚੌੜੀ ਖੇਡ ਨਹੀਂ ਹੈ ਪਰਮਾਤਮਾ ਦੀ ਪ੍ਰਾਪਤੀ। ਕਹਿੰਦਾ ਇੱਕ ਵਾਰੀ ਧਿਆਨ ਧਰ ਕੇ ਦੇਖ ਤੂੰ, ਇੱਕ ਵਾਰੀ ਇੱਕ ਸਵਾਸ ਆਪਣੇ ਅੰਦਰ ਦੀ ਬਿਰਤੀ ਨੂੰ ਨਾਮ ਨਾਲ ਜੋੜ ਕੇ ਦੇਖ। ਕਹਿੰਦਾ ਫਿਰ ਕਿਉਂ? ਕਹਿੰਦਾ ਪਰਮਾਤਮਾ ਖੜਾ। ਕਹਿੰਦਾ ਦੇਖ ਫਿਰ ਇਹੋ ਜਿਹੀ ਗੱਲ ਭੂਆ ਮਿਲਣ ਆਈ, ਪਿੰਡ ਨੂੰ ਪਤਾ ਲੱਗਾ, ਕਹਿੰਦਾ ਪਰਮਾਤਮਾ ਆਊ ਸਿਰਫ ਤੈਨੂੰ ਪਤਾ ਲੱਗੂ, ਕਿਸੇ ਹੋਰ ਨੂੰ ਨਹੀਂ ਲੱਗੂ। ਕਹਿੰਦਾ ਫਿਰ ਧਿਆਨ ਦੇਈਂ, ਭੂਆ ਮਿਲਣ ਆਈ। ਕਹਿੰਦਾ ਹਾਂਜੀ। ਕਹਿੰਦਾ 2-4 ਦਿਨ ਰਹਿ ਕੇ ਕਹੂਗੀ ਚੰਗਾ ਪੁੱਤਰਾ ਮੈਂ ਚੱਲਦੀ ਹਾਂ, ਆਲਾ ਫੜ 200 ਰੁਪਈਆ, ਆਲਾ ਫੜ 400 ਰੁਪਈਆ, ਸਮੇਂ ਦੇ ਮੁਤਾਬਕ ਦੇ ਦੂਗੀ। ਕਹਿੰਦੇ ਕਿਤੇ ਪਰਮਾਤਮਾ ਮਿਲਣ ਆ ਗਿਆ ਨਾ, ਜਿੱਦਣ ਮਿਲ ਪਿਆ ਉਸ ਤੋਂ ਬਾਅਦ ਉਹਨੇ ਤੇਰੇ ਘਰੋਂ ਜਾਣਾ ਹੀ ਨਹੀਂ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ ਕਹਿੰਦੇ ਛੱਡ ਕੇ ਜਾਣਾ ਨਹੀਂ। ਕਹਿੰਦੇ ਫਿਰ ਧਿਆਨ ਦੇਈਂ, ਇਹ ਤੇ 200-400 ਰੁਪਈਆ ਦੇ ਕੇ ਪਿੱਛਾ ਚਲਾਉਂਦੀ ਇਹ ਪੁੱਤਰਾ ਯਾਦ ਕਰਦਾ ਸੀ, ਆਲਾ ਫੜ ਵਰਤ ਲਈ। ਤੇ ਜੇ ਕਿਤੇ ਪਰਮਾਤਮਾ ਨੇ ਦਾਤ ਦਿੱਤੀ ਨਾ, ਇੱਥੇ ਵੀ ਵਰਤੇਗਾ, ਦਰਗਾਹ ਜਾ ਕੇ ਵੀ ਵਰਤੇਗਾ। ਇਹ ਤੇ 400 ਰੁਪਈਆ ਕੀ ਕਹਿੰਦਾ, 400 ਦੇ ਕੇ ਤੇ ਕੱਲ੍ਹ ਹੀ ਖਤਮ ਹੋ ਜਾਣਾ, ਪਰ ਪਰਮਾਤਮਾ ਦਿੱਤੀ ਦਾਤ ਕਦੀ ਖਤਮ ਨਹੀਂ ਹੁੰਦੀ। ਪ੍ਰਕਾਸ਼ ਮਿਲ ਜਾਵੇ, ਬ੍ਰਹਮ ਗਿਆਨ ਮਿਲ ਜਾਵੇ, ਕਦੀ ਖਤਮ ਨਹੀਂ ਹੁੰਦਾ। ਸੋ ਵਿਚਾਰ ਕਰਨਾ। ਕਹਿੰਦੇ ਕਰੇਗਾ ਕੀ? ਮਾਇਆ ਦੀ ਪੰਡ ਚੁੱਕੀ ਮੱਤ ਦੇ ਉੱਤੇ। ਕਹਿੰਦਾ ਹਾਂਜੀ। ਕਹਿੰਦਾ ਕਿਉਂ ਚੁੱਕੀ ਹੈ? ਕਾਰਨ ਤੇ ਹੋਣਾ, ਪੰਡ ਚੁੱਕਣ ਦਾ ਵੀ ਤਾਂ ਕਾਰਨ ਹੁੰਦਾ ਨਾ ਕੋਈ ਨੂੰ। ਕਹਿੰਦੇ ਕਾਰਨ ਕੀ ਹੈ? ਤੇ ਕਹਿ ਲਗੇ ਰਾਤ ਹਨੇਰੀ ਸੂਝਤ ਨਹੀਂ, ਲੱਜ ਟੁਕਸ ਮੂਸਾ ਪਾਈ ਰੇ। ਕੀ ਕਹਿਣ ਲੱਗੇ? ਇਹ ਧਿਆਨ ਦੇ। ਰਾਤ ਹਨੇਰੀ, ਕਹਿੰਦੇ ਜਿਹੜੀ ਮਾਇਆ ਦੀ ਪੰਡ ਚੁੱਕੀ ਹੈ, ਜਿਹੜੀ ਮਾਇਆ ਨਾ ਇੱਕ ਕਾਲੀ ਰਾਤ ਮੱਸਿਆ ਉਹਦੇ ਵਰਗੀ ਹੋ। ਕਾਲੀ ਮੱਸਿਆ ਦੀ ਰਾਤ ਵਿੱਚ ਕੋਈ ਦਿਖਾਈ ਨਹੀਂ ਦਿੰਦਾ। ਤੇ ਕਹਿੰਦੇ ਜਿਨ੍ਹਾਂ ਨੇ ਮਾਇਆ ਦੀ ਪੰਡ ਆਪਣੀ ਮੱਤ ਤੇ ਰੱਖੀ ਹੈ ਉਹਨਾਂ ਨੂੰ ਇਹ ਮਾਰਗ ਦਿਖਾਈ ਨਹੀਂ ਦਿੰਦਾ। ਨਾ ਹਨੇਰੀ ਰਾਤ ਵਰਗੀ ਮਾਇਆ ਆ। ਗੱਲ ਸੱਚ ਜੀ, ਮਨ ਬਿਰਤੀ ਮਾਇਆ 'ਚ ਖੁੱਭ ਜਾਏ, ਸੰਸਾਰ 'ਚ ਖੁੱਭ ਜਾਵੇ, ਰੱਬ ਦੀ ਸਾਧੂ ਦੀ ਗੱਲ ਕੋਈ ਚੰਗੀ ਨਹੀਂ ਲੱਗਦੀ। ਛੱਡ ਪਰਾਂ, ਛੱਡ ਪਰਾਂ। ਰਾਤ ਹਨੇਰੀ ਸੁਝਸ ਨਹੀਂ, ਸੋਚਦਾ ਹੀ ਕੁਛ ਨਹੀਂ। ਕੀ ਨਹੀਂ ਸੋਚਦਾ? ਧਿਆਨ ਦਿਓ। ਕਹਿੰਦੇ ਲੱਜ ਟੁਕਸ ਮੂਸਾ ਪਾਈ ਰੇ। ਲੱਜ ਕੀ? ਜ਼ਿੰਦਗੀ ਦੀ ਡੋਰ। ਟੁਕਸ ਟੁਕ ਰਿਹਾ। ਮੂਸਾ ਪਾਈ ਰੇ। ਮੂਸਾ ਕੀ ਹੈ? ਜਮਦੂਤ। ਗੁਰੂ ਜੀ ਕਹਿੰਦੇ ਇਸ ਮਨ ਕਮਲੇ ਨੂੰ ਪਤਾ ਹੀ ਨਹੀਂ ਕਿ ਮੇਰੀ ਜ਼ਿੰਦਗੀ ਦੀ ਡੋਰ ਜਿਹੜੀ ਹੈ ਨਾ, ਉਹਨੂੰ ਰੋਜ਼ ਹਰ ਸਵਾਸ ਵਿੱਚ ਉਹ ਜਮਦੂਤ ਰੂਪੀ ਮੂਸਾ ਚੂਹਾ ਟੁੱਕੀ ਜਾ ਰਿਹਾ ਹੈ, ਉਹ ਛੋਟੀ ਹੋਈ ਜਾ ਰਹੀ ਹੈ। ਕਹਿੰਦਾ ਭਾਵ ਕਿ ਮੇਰੇ ਕੋਲ ਇਸ ਸਰੀਰ ਵਿੱਚ ਰਹਿਣ ਦਾ ਸਮਾਂ ਘਟਦਾ ਜਾ ਰਿਹਾ, ਘਟਦਾ ਜਾ ਰਿਹਾ। ਪਤਾ ਹੀ ਨਹੀਂ ਕਮਲੇ ਨੂੰ ਕਿਹੜੀ ਗੱਲ। ਰਾਤ ਹਨੇਰੀ ਹੈ ਨਾ, ਹਨੇਰੀ ਰਾਤ 'ਚ ਕੋਈ ਦਿਖਾਈ ਦਿੰਦਾ ਨਹੀਂ। ਕਹਿੰਦੇ ਮਾਇਆ ਦੀ ਐਸਾ ਪ੍ਰਭਾਵ ਇੱਥੇ ਪੈ ਗਿਆ ਕਿ ਇਹਨੂੰ ਪਤਾ ਲੱਗਦਾ ਹੀ ਨਹੀਂ ਕਿ ਮੇਰੀ ਤਾਂ ਉਮਰ ਘਟਦੀ ਜਾਣ ਦੀ। ਤੇ ਮੈਂ ਤੇ ਕੀ ਸੋਚਣ ਡਿਆ, ਉਹ ਕੋਈ ਨਹੀਂ, ਬਥੇਰੀ ਉਮਰ ਪਈ ਅਜੇ, ਬੁਢਾਪੇ 'ਚ ਜਾ ਕੇ ਦੇਖਾਂਗੇ। ਗੁਰੂ ਪਿਆਰਿਓ,
एक गल पल्ले बन्नियो, शरीर कमज़ोर हुंदा है, कहते जरूर है मत कमज़ोर नहीं होंदी। जो शरीर कमज़ोर हो तो मन वृत्ति भी कमज़ोर हो जाती है। उदों बंदे दे मन चाहिए की करना हो, कभी देखना किसी बुढ़े लागे बह के देखियो, ठीक है, उन्होंने गल करिए साढ़े काहदे शौक होण, हुण ते जाण दीआं तैयारियां, हुण असीं की करना, वो टिग्गी ढा के बह जाते, ठीक है। फिर गुरु साहब कहन लगे, कहते मनमुख करे तेता दुख लागे, गुरमुख मिले वडाई रे। देखो, मनमुख करे तेता दुख लागे, कहते जिहड़ा प्राणी अपने मन के मगर लग के जो कुछ भी करता, कहता उन्ना दुखी हुंदा। देखो कितनी ध्यान वाली गल है, कहता मनमुख करे, कहता मन के मगर लग के जो कुछ भी करता, कोई कर्म कांड करता, पाठ करता, सिमरन करता, पर मन मगर लग के करता, तेता दुख लगे, कहता उन्ना दुख वधदा, उदा परमात्मा तो विछोड़ा वधदा, उन्ना दुखी होर हुंदा। जिहड़ा मन मगर लग के करदा ना, हुण देखो आपां पाठ ही करन दे ते मन की कहंदा, कहंदा मैं पाठ करदा पिया ते अज मेरा फलाना काम बन जावे। हुण इह बंदे दा काम बनया नहीं, दुखी ज़्यादा होऊगा। जदों इहदे मन विच नहीं सी, जदों बनना बन जूगा उदों दुखी नहीं सी, पर जदों पाठ करदे करदे मन जाए मैं पाठ करदा ही तां पिया, मैं सिमरन करदा ही तां पिया, गुरुद्वारे गया ही तां सी, पुण्यदान कीता ही तां सी, सफाई मैं पोचा तां ही मारिया सी, नहीं बनया, दुखी ज़्यादा होऊगा। हुण इक रब दा प्यारा है, बाणी पढ़न दिया, सिमरन करन दिया, गुरु घर सेवा करन दिया, तो की कहंदा जो तिस भावे नानका, सही गल चंगी, उहदा काम बन जाए वाह भला, ना बन जाए दुखी नहीं जांदा। की कहंदा कोई गल नहीं, जदों बनना बन जाऊगा, उन्हें दुख नहीं लगता। कहंदे मनमुख करे तेता दुख लागे, गुरमुख मिले वडाई रे। कहंदे जिहड़े गुरु दे सन्मुख हो के जो कुछ करदे आ, गुरु दे मार्ग ते चल के जो कर्म कांड करदे आ, सिमरन करदे आ, सेवा करदे आ, पाठ करदे आ, कहंदे उन्हां नूं दरगाह च वडियाई मिलदी है। देखो छोटी जी गल नहीं है, लिखण नूं पंक्ति सिंपल जी है। कहंदा जे गुरु दे मार्ग ते चल के कोई कर्म करदा है, सेवा करदा गुरु दे मार्ग ते चल के, ये नहीं कि सेवा करनी नहीं है, करनी, लंगर वरता रहा है, सेवा कर रहा है, मन विच की है, शुक्र है मैनूं किते सेवा मिली है, पर मन में उस सेवा का फल नहीं है। जोड़े झाड़ रहा है, सेवा कर रहा है, की कह रहा है, कहता गुरु कृपा करो आ तेरी संगत के जोड़े झाड़ा, किते मेरे मन की मैल चढ़े, किते ये नहीं कहता जोड़े झाड़ा मेरा फलाना काम बन जाए। आ गुरमुख है, पाठ करता है, मन में की है, गुरु कृपा करो तेरी बाणी की सोझी आ जाए। सिमरन करता है, गुरु कृपा करो किते सुरत जुड़ जाए ये नाल। कहना है गुरु के सन्मुख होकर कर रहा, गुरु के मुताबिक जिंदगी जी रहा, जो गुरु जी कहते हैं ना, गुरु जी ने इन्हों कहा भी जो तेरे नाल हो रहा होने दे, परवाह ना करी, कहता करन लग पिया। कहता फिर कहता ना वडाई मिलनी है। हुण ध्यान देना, गुरु जी कहते कहते जो तिन किया सोई होवा, किरत ना मिटिया जाई रे। कहते जो तिन किया, कहते जो परमात्मा ने तेरे लिए कर दिता है, तेरे कर्म तेरे भाग लिख दिते हैं, जो निजम बनाया है परमात्मा ने कि तेन आ दात इस समय च मिलनी है, तो कहते फिर ध्यान दई कितना मिटिया जाई रे। कहते उस परमात्मा के हुक्म को कोई मिटा नहीं सकता, उस परमात्मा की लिखत को कोई मिटा नहीं सकता। कहते इस करके अपने मन मगर ना लग, गुरु मगर लग, अपने मन दे कहते ना चल, गुरु दे कहते चल। फिर गुरु साहबन की कहन लगे, कहते फिर ध्यान दई, कहता जी की, कहते सो पर भरे ना होवे ऊने, जो राते रंग लाई रे। कहते ध्यान दे, जिन्हां दे हिरदे च परमात्मा दे प्रेम का रस रंग चढ़ गया, जिन्हां दे हिरदे नूं परमात्मा दे प्रेम का रंग चढ़ गया है, कहते हाँ, कहते सो पर भरे सुबर, सुबर किनू कहते नक्को नक, कहते उन्हां दी आत्मिक वृत्ति
गुरु के शब्द नाल, गुरु के ज्ञान नाल, गुरु के प्रकाश नाल, गुरु के प्रेम नाल नक्का नक भर जाती है। कहता फिर ना होवे ऊने, कहते ध्यान नहीं संसारी सरोवर भर दईए तो मिट्टी पानी सोख लेंदी है। पानी ऊना होने लग पैंदा सरोवर दे विच भी, जिथे मर्जी पानी खिलारदी ऊना होने लग पैंदा। वो कहते जिन्हां दे हिरदे विच गुरु के चरणों नाल जुड़ के नाम का रंग चढ़ जाता ना, कहता उन्हां दे आत्मिक बिरतियां भरियां प्रेम रस नाल कदी ऊणियां नहीं होंदियां। उन्हां दे अंदर कदी प्रेम नीवा नहीं होंदा, घटदा नहीं। असीं गौर ही नहीं की, सानूं लोड़ ही नहीं पई। साडे अंदर खिच संसार दी है, साडे अंदर खिच निरंकार दी नहीं है। साडे अंदर दी खिच की है, किते काम बन जावे, किते काम बन जावे। वो काम जी फसे फसे असीं जो गुरु ने सानूं समझाया सी असीं समझण दी कोशिश नहीं की, और असीं गुरु के मार्ग ते चलण दी कोशिश नहीं की। असीं घाटे च पै गए, बहुत वड्डा घाटा पिया। किहड़ा घाटा पिया कि जिंदगी मिली सी अपने आप नूं पहचानण दी, समा मिलिया सी अपने वापस घर जाण दा, ना अपनी पहचान हुई ना वापस घर गए, इत्थे दे इत्थे रह गए। माँ प्यो के घर जन्मे सी, मर गए, फिर जन्म लेना पैना। सतगुर के घर जन्मे असी, दोबारा जन्म ही नहीं है। जन्म है, ध्यान देना, बड़ी प्यार वाली गल है। शरीर बनता है तो मन प्रवेश करता तो जन्म है। जो गुरु के चरणों नाल जुड़ के साडी मन बिरती गुरु शब्द नाल जुड़ती है तो एक टिकाणा बनता जिथे साडी सुरत, साडा ध्यान प्रवेश करता है, वो जन्म है। जिस दिन वो जन्म हो गया, आवागौन खत्म। सतगुर के जन्मे गमन मटाया। हुण ध्यान दो, गुरु जी कहन लगे, की कहन लगे, कहते जिहड़े रंग रंगे होए उन्हां दे सरोवर रूपी ये मन भर गए, कदी ऊने नहीं हुंदे। कहता फिर, कहता तिनकी पंख होवे जे नानक, तिनकी पंख होवे जे नानक, तो मूड़ा किछ पाई रे। कहता जिन्हां दी आत्मिक बिरतियां रंगियां परमात्मा के प्रेम के अंदर, और प्रेम रस दे नाल उन्हां दे सरोवर भरे, कदी ऊने नहीं होंदे। तिनकी पंख, पंख किहनूं कहंदे आ? चिक्कड़ नूं, धूड़ नूं। तिनकी पंख होवे जे नानक, कहंदे गुरु जी कहंदे आ कि जे मना उन्हां रब दे प्यारिਆਂ दे चरनां दी धूड़ तू किते हो जावे। देखो किन्ना नीवां आ। कहंदा उन्हां रब दे प्यारिਆਂ दी जिन्हां दे अंदर ये सरोवर भरे पे आ, तू किते धूड़ हो जावे, उन्हां दे चरनां दी धूड़ हो जावे। कहंदा पाप इन्ना नीवां हो के उन्हां दे नाल जुड़ जावे। कहंदा फिर क्यों? कहंदा तो मूड़ा किछ पाई रे। कहंदे तां ये मन मूर्ख इस जन्म च कुछ प्राप्त कर सकता, वरना नहीं कर सकता। देखो, तो मूड़ा किछ पाई रे, कहंदे तां ये मन मूर्ख, ये सुता होया मन उन्हां दे कोलों कुछ दात प्राप्त कर सकता है। किहड़ी? सोझी, कुछ समझ लै सकता है। तो जे इन्हें उन्हां दे चरनां दी धूड़ नहीं होना कीता, ठीक है, तो गुरु साहब ने की कहन लगे, कहते विचार करी, फिर नहीं कुछ भी मिलना। असल दे विच की है, सारे थां दे उत्ते गल विचार दी है। जे आप 1418 अंग वाली पंक्ति पढ़ीए, जिन्ना सतगुर पुरख ना सेवियो शब्द ना कितो विचार। देखो कहते जिन्हों ने इस शब्द की विचार नहीं की, गुरु की बाणी की विचार नहीं की, विचार करके सुत शब्द का मिलाप करके परमात्मा की आराधना नहीं की, कहते होए मानस जू ना आखियां, कहते उन्होंने गिनती मनुख जामे च नहीं करनी। सानू को कह दे, सानू को डंगर कह दे, सिर पाड़न फिरते आप, तुम डंगर लगते जी, पिछा क्यों? असीं इंसान हैं। वो गुरु जी कहते इंसान वो जिहदी बिरती इंसान दी है, तो जिहदी बिरती इंसान दी नहीं, कहते जिहड़ा गुरबाणी की विचार नहीं करता उसकी बिरती किसी आवारा डंगर दी है। दसो, कहता वो मानस जून ना आखियन पशु ढोर गवार।
ਕਹਿੰਦੇ ਧਿਆਨ ਦੇਈ, ਗਵਾਰ ਕਿਹੜਾ? ਜਿਹੜਾ ਆਵਾਗੌਂ ਤੁਰਿਆ ਫਿਰਦਾ, ਅਵਾਰਾ ਫਿਰਦਾ ਡੰਗਰ, ਉਹਨੂੰ ਗਵਾਰ ਕਹਿੰਦੇ ਆ। ਕਹਿੰਦੇ ਕਿੱਲੇ ਉੱਤੇ ਬੱਝਾ ਡੰਗਰ ਫਿਰ ਵੀ ਉਹਦਾ ਮਾਲਕ ਹੈ, ਕੋਈ ਉਹਦੀ ਕੋਈ ਰੱਖਿਆ ਕਰਦਾ ਹੈ, ਉਹ ਕਿਸੇ ਦੇ ਆਖੇ ਲੱਗਦਾ ਹੈ। ਪਰ ਅਵਾਰਾ ਡੰਗਰ ਜਿਹੜਾ ਕਿੱਲੇ ਤੇ ਨਹੀਂ ਬੱਝਾ, ਕਿਸੇ ਦੇ ਆਖੇ ਨਹੀਂ ਲੱਗਦਾ, ਆਪਣੀ ਮਰਜ਼ੀ ਨਾਲ ਪੱਠੇ ਖਾਂਦਾ, ਉਹ ਘਾਹ ਖਾਂਦਾ ਉਹ। ਪਰ ਕਿੱਲੇ ਉੱਤੇ ਬੱਝੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਕਹਿੰਦੇ ਤੈਨੂੰ ਅਵਾਰਾ ਡੰਗਰ ਨਾਲ ਜੋੜਿਆ, ਕਿੱਲੇ ਦੇ ਬੱਝੇ ਨਾਲ ਨਹੀਂ। ਕਿੱਲੇ ਦੇ ਬੱਝੇ ਡੰਗਰ ਦਾ ਫਿਰ ਵੀ ਮੁੱਲ ਆ, ਕੋਈ ਮਾਲਕ ਹੈਗਾ ਹੈ? ਕਹਿੰਦਾ ਤੇਰੀ ਬਿਰਤੀ ਦਾ ਕੋਈ ਮਾਲਕ ਹੀ ਨਹੀਂ ਹੈਗਾ, ਕਿਉਂਕਿ ਤੂੰ ਅਵਾਰਾ ਡੰਗਰ ਦੀ ਬਿਰਤੀ ਹੈ। ਜੇ ਤੂੰ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਕੀਤੀ ਨਹੀਂ, ਲੋੜ ਹੀ ਨਹੀਂ ਪਈ। ਸਾਡੀ ਤਾਂ ਬਿਰਤੀ ਹੈ ਪੜ ਪੜ ਗੱਡੀ ਲੱਦੀ ਹੈ, ਪੰਡਾ ਬੰਨਣ ਲੱਗੇ ਸੀ। ਗੁਰੂ ਪਿਆਰਿਓ, ਬੜੇ ਪਿਆਰ ਨਾਲ ਸਤਿਕਾਰ ਨਾਲ ਗੁਰਬਾਣੀ ਨੂੰ ਪੜ੍ਹੋ, ਨਿਤਨੇਮ ਕਰੋ, ਸਹਿਜ ਪਾਠ ਕਰੋ, ਪਰ ਇੰਨੀ ਚੀਜ਼ ਨਾਲ ਲੈ ਕੇ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕਹਿੰਦੇ ਪਏ ਨੇ ਮੈਂ ਕਰਨਾ ਹੈ, ਤਾਂ ਮੇਰੀ ਜ਼ਿੰਦਗੀ ਹੈ, ਤਾਂ ਮੈਂ ਗੁਰੂ ਦੇ ਮਾਰਗ 'ਤੇ ਚੱਲਿਆ। ਅਤੇ ਜੇ ਮੈਂ ਗੁਰਬਾਣੀ ਪੜ੍ਹ ਲਈ ਪਰ ਮੈਂ ਗੁਰੂ ਗ੍ਰੰਥ ਦੇ ਆਖੇ ਲੱਗਾ ਨਹੀਂ, ਫਿਰ ਮੇਰੀ ਜ਼ਿੰਦਗੀ ਅਧੂਰੀ ਹੈ। ਫਿਰ ਮੈਂ ਨਹੀਂ, ਫਿਰ ਮੇਰੀ ਜ਼ਿੰਦਗੀ ਕਿਹਦੇ ਵਰਗੀ? ਅਵਾਰਾ ਡੰਗਰ ਦੀ। ਆਪਾਂ ਇਹ ਬਿਰਤੀ ਨਹੀਂ ਹੋਣ ਦੇਣੀ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ। ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।